ਸਤਿ ਸ਼੍ਰੀ ਅਕਾਲ ਦੋਸਤੋ, ਆਪ ਜੀ ਦਾ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ। ਅੱਜ ਜਿਹੜਾ ਮੈਂ ਤੁਹਾਡੇ ਲਈ ਚੈਪਟਰ ਲੈ ਕੇ ਆਇਆ ਜੀ, ਇਹਦਾ ਨਾਮ ਹੈ ਕਾਰਬਨ ਐਂਡ ਇਟਸ ਕੰਪਾਊਂਡ। ਤੇ ਮੈਂ ਤੁਹਾਨੂੰ ਦੱਸਦਾ ਪੂਰੀ ਕੈਮਿਸਟਰੀ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ। ਲਾਸਟ ਈਅਰ ਇਸੇ ਚੈਪਟਰ ਵਿੱਚੋਂ 4 ਮਾਰਕਸ ਦੇ ਕੁਐਸਚਨ ਆਏ ਸੀ। ਚੈਪਟਰ ਦਾ ਨਾਮ ਹੈ ਜੀ ਕਾਰਬਨ ਐਂਡ ਇਟਸ ਕੰਪਾਊਂਡ। ਅਕਸਰ ਬੱਚਿਆਂ ਨੂੰ ਇਹ ਚੈਪਟਰ ਵਿੱਚ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਆਪਦੇ ਵੱਲੋਂ ਤੁਹਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕਰਵਾਵਾਂ, ਸੋ ਦੈਟ ਤੁਹਾਨੂੰ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਰਹੇ। ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਕਰਾਂਗਾ ਕਿ ਸਾਰੇ ਆਪਣੀ ਪੈਨ ਨੋਟਬੁੱਕ ਕੋਲ ਲੈ ਕੇ ਬੈਠੋ, ਸੋ ਦੈਟ ਤੁਸੀਂ ਜਿਹੜੀਆਂ ਵੀ ਇੰਪੋਰਟੈਂਟ ਗੱਲਾਂ ਨੇ ਉਹਨਾਂ ਨੂੰ ਨੋਟ ਕਰ ਸਕੋ, ਕੋਈ ਵੀ ਇੰਪੋਰਟੈਂਟ ਗੱਲ ਮਿਸ ਨਾ ਹੋਵੇ ਅਤੇ ਬਾਅਦ 'ਚੋਂ ਇਹ ਚੀਜ਼ ਤੁਹਾਨੂੰ ਰਿਵੀਜ਼ਨ ਦੇ ਵਿੱਚ ਵੀ ਹੈਲਪ ਕਰੇਗੀ। ਚਲਦੇ ਹਾਂ ਜੀ ਅੱਜ ਦੇ ਪਹਿਲੇ ਕੁਐਸਚਨ 'ਤੇ। ਕਹਿੰਦੇ ਜੀ C3H8 ਬਿਲੋਂਗ ਟੂ ਹੋਮੋਲੋਗਸ ਸੀਰੀਜ਼ ਆਫ। ਕਹਿੰਦੇ ਜੋ C3H8 ਇਹ ਕਿਹੜੀ ਸੀਰੀਜ਼ ਨੂੰ ਬਿਲੋਂਗ ਕਰਦਾ ਹੈ। ਦੇਖੋ ਜੀ ਇੱਥੇ ਮੈਂ ਤੁਹਾਡੇ ਲਈ ਇੱਕ ਫੋਟੋ ਨਾਲ ਅਟੈਚ ਕੀਤੀ ਹੈ। ਜਿਹੜਾ C3H8 ਦੇਖੋ ਆਪਣੇ ਕੋਲ 3 ਤਰ੍ਹਾਂ ਦੀਆਂ ਇੱਥੇ ਸੀਰੀਜ਼ ਦਿੱਤੀਆਂ, ਅਲਕੇਨ, ਅਲਕੀਨ ਅਤੇ ਅਲਕਾਈਨ। ਜਿਹੜੇ ਅਲਕੇਨ ਹੁੰਦੇ ਨੇ ਇਹ ਹੁੰਦੇ ਨੇ ਜੀ ਸਿੰਗਲ ਬੌਂਡ, ਅਲਕੀਨ ਵਾਲੇ ਡਬਲ ਬੌਂਡ, ਅਲਕਾਈਨ ਵਾਲੇ ਟ੍ਰਿਪਲ ਬੌਂਡ। ਇਹਨਾਂ ਦਾ ਫਾਰਮੂਲਾ ਕੀ ਹੁੰਦਾ ਜੀ, ਅਲਕੇਨ ਹੁੰਦਾ CN, ਸੀ 'ਚ ਮਤਲਬ ਜਿੰਨੇ ਵੀ ਕਾਰਬਨ ਨੇ ਹਾਈਡਰੋਜਨ ਕਿੰਨੇ ਹੋਣਗੇ ਜੀ ਉਦੋਂ ਦੁੱਗਣੇ ਪਲੱਸ 2। ਅਲਕੀਨ ਦੇ ਵਿੱਚ ਆਪਣੇ ਕੋਲ ਹੋਣਗੇ ਜੀ CnH2n, ਜਿੰਨੇ ਕਾਰਬਨ ਹਾਈਡਰੋਜਨ ਉਸ ਤੋਂ ਦੁੱਗਣੇ। ਅਲਕਾਈਨ ਦੇ ਵਿੱਚ ਹੋਣਗੇ ਜੀ ਜਿੰਨੇ ਕਾਰਬਨ ਉਸ ਤੋਂ ਦੁੱਗਣੇ -2। ਠੀਕ ਹੈ ਜੀ, ਇਹ 3 ਫਾਰਮੂਲੇ ਨੇ। ਇਹ ਤਿੰਨਾਂ ਫਾਰਮੂਲਾ ਨੂੰ ਧਿਆਨ 'ਚ ਰੱਖਣਾ ਕਿਉਂਕਿ ਇਹ ਫਾਰਮੂਲੇ ਅੱਗੇ ਆਪਣੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੇ ਨੇ। ਸੋ ਇੱਥੇ ਆਪਣੇ ਕੋਲ ਦੇਖੋ C3 ਦਾ ਡਬਲ ਹੋ ਗਿਆ ਜੀ ਕਿੰਨਾ H6 ਦਾ ਆਪਣੇ ਕੋਲ ਕੀ ਹੋ ਗਿਆ +2। ਠੀਕ ਹੈ ਜੀ, ਇਹ ਕਿਹੜਾ ਬਣ ਗਿਆ ਜੀ ਅਲਕੇਨ, ਆਪਸ਼ਨ ਨੰਬਰ A ਅਲਕੇਨ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਐਡੀਸ਼ਨ ਰਿਐਕਸ਼ਨ ਯਾਦ ਰੱਖਣਾ ਜੀ, ਅਲਕੀਨ ਅਤੇ ਅਲਕਾਈਨ ਦੋਨਾਂ ਵਿੱਚ ਹੋ ਸਕਦੀ ਹੈ। ਕਦੇ ਵੀ ਸੈਚੂਰੇਟਿਡ ਹਾਈਡਰੋਕਾਰਬਨ ਅਲਕੇਨ ਵਿੱਚ ਨਹੀਂ ਹੋਏਗੀ। ਅਲਕੀਨ ਅਤੇ ਅਲਕਾਈਨ ਨੂੰ ਬੋਲਿਆ ਜਾਂਦਾ ਜੀ ਅਨਸੈਚੂਰੇਟਿਡ ਹਾਈਡਰੋਕਾਰਬਨ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਅ ਹਾਈਡਰੋਕਾਰਬਨ ਹੈਜ਼ 4 ਕਾਰਬਨ ਐਟਮਸ। ਕਹਿੰਦੇ ਇੱਕ ਹਾਈਡਰੋਕਾਰਬਨ ਕੋਲ 4 ਕਾਰਬਨ ਐਟਮ ਨੇ। ਇਹਦਾ ਆਪਾਂ ਮੋਲੀਕੂਲਰ ਫਾਰਮੂਲਾ ਦੱਸਣਾ ਅਲਕੀਨ ਦਾ। ਹੁਣ ਅਲਕੀਨ ਦਾ ਫਾਰਮੂਲਾ ਕੀ ਸੀ, ਜਿੰਨੇ ਕਾਰਬਨ ਉਸ ਤੋਂ ਦੁੱਗਣੇ ਹਾਈਡਰੋਜਨ। ਸੋ ਆਪਸ਼ਨ ਕਿਹੜੀ ਬਣ ਗਈ ਜੀ ਇੱਥੇ ਆਪਸ਼ਨ B। ਠੀਕ ਹੈ ਜੀ, ਉਮੀਦ ਕਰਦਾ ਤੁਹਾਨੂੰ ਸਮਝ ਆ ਰਹੀ ਹੋਏਗੀ। ਜੇ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਫਾਰਮੂਲਾਜ਼ ਨੂੰ ਲਿਖੋ ਅਤੇ ਨਾਲ ਦੀ ਨਾਲ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਅਗਲਾ ਕੁਐਸਚਨ ਹਾਜ਼ਰ ਹੈ ਜੀ। ਕਹਿੰਦੇ ਵਿਚ ਆਫ ਦਾ ਫੋਲੋਇੰਗ ਵਿਲ ਗਿਵ ਅ ਪਲੀਜ਼ੈਂਟ ਸਮੈਲ ਆਫ ਐਸਟਰ। ਐਸਟਰ ਹੁੰਦੇ ਨੇ ਜੀ ਇੱਕ ਗਰੁੱਪ ਹੁੰਦਾ। ਠੀਕ ਹੈ ਜੀ, ਇਹਨਾਂ ਦੀ ਸਵੀਟ ਸਮੈਲ ਹੁੰਦੀ ਹੈ। ਕਹਿੰਦੇ ਇਹ ਕਿਹਦੇ ਨਾਲ ਹੀਟ ਕੀਤਾ ਜਾਵੇ, ਐਥੇਨੋਲ ਦੇ ਨਾਲ। ਕਿਸ ਨੂੰ ਹੀਟ ਕੀਤਾ ਜਾਵੇ, ਹਲਕੀ ਜੀ ਸਲਫਿਊਰਿਕ ਐਸਿਡ ਦੀ ਕੁਆਂਟਿਟੀ ਦੇ ਨਾਲ ਕਿ ਆਪਾਂ ਨੂੰ ਐਸਟਰ ਮਿਲੇ। ਇਹ ਹੁੰਦਾ ਜੀ ਐਸਿਡ ਨਾਲ ਰਿਐਕਟ ਕਰਨ ਦੇ। ਇਹ ਜਿਹੜਾ COOH ਗਰੁੱਪ ਹੁੰਦਾ ਨਾ ਜੀ, ਇਸ ਨੂੰ ਬੋਲਦੇ ਨੇ ਕਾਰਬੋਕਸਿਲਿਕ ਐਸਿਡ। ਕਾਰਬੋਕਸਿਲਿਕ ਐਸਿਡ 'ਤੇ ਜਦੋਂ ਆਪਾਂ ਐਥੇਨੋਲ ਦੀ ਰਿਐਕਸ਼ਨ ਕਰਵਾਵਾਂਗੇ ਇਹ ਆਪਣੇ ਕੋਲ ਕੀ ਬਣੇਗਾ ਜੀ ਐਸਟਰ ਦੀ ਫਾਰਮੇਸ਼ਨ ਹੋਏਗੀ। ਚਲਦੇ ਹਾਂ ਜੀ ਅੱਗੇ। ਇਸ ਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਹੈ। ਚਲੋ ਜੀ ਮੈਂ ਥੋੜ੍ਹਾ ਜ਼ੂਮ ਕਰ ਦਿੰਦਾ। ਦੇਖੋ ਕਹਿੰਦੇ ਜੀ ਬਕਮਿੰਸਟਰਜ਼ ਫੁਲਰੈਂਸ। ਕਹਿੰਦੇ ਜਿਹੜਾ ਬਕਮਿੰਸਟਰਜ਼ ਫੁਲਰੈਂਸ ਹੈ ਇਹ ਇੱਕ ਐਲੋਟ੍ਰੋਪਿਕ ਫਾਰਮ ਹੈ ਕਿਹੜੇ ਐਲੀਮੈਂਟ ਦੀ। ਐਲੋਟ੍ਰੋਪ ਕੀ ਹੁੰਦਾ ਜੀ, ਜਦੋਂ ਇੱਕ ਐਲੀਮੈਂਟ ਇੱਕ ਤੋਂ ਜ਼ਿਆਦਾ ਫਿਜ਼ੀਕਲ ਫਾਰਮਸ ਦੇ ਵਿੱਚ ਆਪਾਂ ਨੂੰ ਮਿਲਦਾ ਉਸ ਨੂੰ ਬੋਲਦੇ ਨੇ ਐਲੋਟ੍ਰੋਪ। ਜਿਹੜਾ ਇੱਥੇ ਆਪਣੇ ਕੋਲ ਕਾਰਬਨ ਹੈ ਜੀ, ਇਹ ਚੈਪਟਰ ਹੀ ਆਪਾਂ ਕਾਰਬਨ ਐਂਡ ਇਟਸ ਕੰਪਾਊਂਡ ਕਰ ਰਹੇ ਹਾਂ। ਕਾਰਬਨ ਦੇ ਆਪਣੇ ਕੋਲ 3 ਐਲੋਟ੍ਰੋਪ ਹੁੰਦੇ ਨੇ। ਇੱਕ ਹੁੰਦਾ ਜੀ ਗ੍ਰੈਫਾਈਟ, ਡਾਇਮੰਡ ਅਤੇ ਤੀਸਰਾ ਹੁੰਦਾ ਬਕਮਿੰਸਟਰਜ਼ ਫੁਲਰੈਂਸ। ਸੋ ਇੱਥੇ ਆਪਣੇ ਕੋਲ ਆਨਸਰ ਕੀ ਬਣ ਜਾਏਗਾ ਜੀ ਕਾਰਬਨ। ਚਲਦੇ ਹਾਂ ਜੀ ਅੱਗੇ। ਮੈਂ ਕੁਐਸਚਨ ਤੁਹਾਡੇ ਲਈ ਇੱਥੇ ਮਾਰਕ ਕਰਦਾ। ਕਹਿੰਦੇ ਜੀ ਆਊਟ ਆਫ ਦਾ ਫੋਲੋਇੰਗ ਪੇਅਰ ਆਫ ਕੰਪਾਊਂਡ ਦਾ ਅਨਸੈਚੂਰੇਟਿਡ ਆਰ। ਹੁਣ ਅਨਸੈਚੂਰੇਟਿਡ ਮਤਲਬ ਐਲਕੀਨ ਅਤੇ ਅਲਕੇਨ ਕਿਹੜੇ ਨੇ। ਫਾਰਮੂਲੇ ਦੇ ਨਾਲ ਉੱਪਰ ਵੈਲਿਊ ਮੈਚ ਕਰਨੀ ਹੈ। ਦੁੱਗਣੇ ਤੋਂ ਜੇ ਕੋਈ 2 ਪਲੱਸ ਹੈ ਅਤੇ ਉਹ ਅਲਕੇਨ ਹੈ, ਉਸ ਨੂੰ ਕੱਟ ਦੇਣਾ। ਜੇ ਕੋਈ ਕਾਰਬਨ ਦੇ ਨਾਲ ਉਹ ਹਾਈਡਰੋਜਨ ਦੁੱਗਣਾ ਹੈ ਉਹ ਅਲਕੀਨ ਹੈ, ਜੇ ਦੁੱਗਣੇ ਤੋਂ 2 ਘੱਟ ਹੈ ਅਤੇ ਉਹ ਅਲਕਾਈਨ ਹੈ। ਠੀਕ ਹੈ ਜੀ, ਇਹ ਇੱਥੇ ਆਪਣੇ ਕੋਲ ਜਿਹੜੀ ਆਪਸ਼ਨ ਬਣੇਗੀ ਇਹ ਬਣੇਗੀ ਜੀ ਆਪਸ਼ਨ C। ਬਾਕੀ ਸਾਰਿਆਂ ਦੇ ਵਿੱਚ ਦੇਖੋ ਇੱਥੇ ਆਪਣੇ ਕੋਲ ਇਹ ਆ ਗਿਆ, ਇੱਥੇ ਆ ਗਿਆ ਜੀ, ਅਤੇ ਇੱਧਰ ਆਪਣੇ ਕੋਲ ਇਹ ਆ ਗਿਆ। ਇਹ ਤਿੰਨੋਂ ਕੀ ਨੇ ਜਿਹੜੇ ਮੈਂ ਮਾਰਕ ਕੀਤੇ ਨੇ ਅਲਕੇਨ ਨੇ। ਠੀਕ ਹੈ, ਬਸ ਆਪਸ਼ਨ C ਹੈ ਆਪਸ਼ਨ ਜਿਹਦੇ ਵਿੱਚ ਕੀ ਹੈ ਦੋਨੋਂ ਹੀ ਆਪਾਂ ਨੂੰ ਕੀ ਦਿੱਤੇ ਹੋਏ ਨੇ ਜੀ ਅਨਸੈਚੂਰੇਟਿਡ ਦਿੱਤੇ ਨੇ, ਮਤਲਬ ਯਾਨੀ ਕਿ ਅਲਕੀਨ ਅਤੇ ਅਲਕੇਨ ਆਪਾਂ ਨੂੰ ਦਿੱਤੇ ਨੇ। ਅੱਗੋਂ ਕਹਿੰਦੇ ਜੀ ਕਹਿੰਦੇ ਦ ਨੰਬਰ ਆਫ ਕੋਵਲੈਂਟ ਬੋਨ ਇਨ ਪੈਂਟੇਨ। ਪੈਂਟੇਨ ਦੇ ਵਿੱਚ ਕਿੰਨੀਆਂ ਕੋਵਲੈਂਟ ਬੌਂਡ ਹੋਣਗੀਆਂ। ਪੈਂਟੇਨ ਯਾਨੀ ਕਿ 5 ਕਾਰਬਨ। ਇੱਥੇ ਮੈਂ ਤੁਹਾਡੇ ਲਈ ਡਰॉ ਕਰ ਦੇਣਾ। ਇਸ ਤਰ੍ਹਾਂ ਆਪਣੇ ਕੋਲ 5 ਕਾਰਬਨ ਆ ਗਏ ਜੀ। ਪਹਿਲਾਂ ਤਾਂ 4 ਬੌਂਡਸ ਤਾਂ ਇਹਨਾਂ ਦੇ ਵਿੱਚ ਹੋ ਗਈਆਂ, ਫਿਰ ਬਾਕੀ ਬਚੇ ਜੀ ਹਾਈਡਰੋਜਨ। ਠੀਕ ਹੈ ਜੀ, ਆ 3 ਹੋਰ ਹੋ ਗਏ। ਹਰੇਕ ਵਿਚਕਾਰ ਵਾਲੇ ਕਾਰਬਨ 'ਤੇ 2-2 ਆਉਣਗੀਆਂ ਜੀ, ਅਤੇ ਲਾਸਟ ਵਾਲੇ 'ਤੇ ਫਿਰ ਆਉਣਗੀਆਂ 3। ਟੋਟਲ ਕਿੰਨੀਆਂ ਹੋਣਗੀਆਂ, ਇਹ ਟੋਟਲ ਹੋ ਜਾਣਗੀਆਂ ਜੀ 16। ਪੈਂਟੇਨ ਜਿਹੜਾ ਹੁੰਦਾ ਇਹਦੇ ਵਿੱਚ ਆਪਣੇ ਕੋਲ 16 ਬੌਂਡਸ ਪ੍ਰੈਜੈਂਟ ਨੇ। ਚਲਦੇ ਹਾਂ ਜੀ ਅੱਗੇ।
ਕਹਿੰਦੇ ਜੀ ਦ ਪ੍ਰੋਪਰਟੀ ਆਫ ਸੈਲਫ ਕੰਬੀਨੇਸ਼ਨ ਆਫ ਐਟਮ ਆਫ ਦ ਸੇਮ ਐਲੀਮੈਂਟ ਜਦੋਂ ਆਪਸ 'ਚ ਕੰਬਾਈਨ ਕਰਕੇ ਲੰਬੀਆਂ ਚੇਨ ਬਣਾਉਂਦੇ ਨੇ ਇਸ ਨੂੰ ਬੋਲਿਆ ਜਾਂਦਾ ਜੀ ਕੈਟੀਨੇਸ਼ਨ। ਆਪਸ਼ਨ ਡੀ। ਯਾਦ ਰੱਖਣਾ ਬੜੇ ਥੋੜੇ ਐਲੀਮੈਂਟਸ ਵਿੱਚ ਇਹ ਪ੍ਰੋਪਰਟੀ ਹੁੰਦੀ ਹੈ ਕੈਟੀਨੇਸ਼ਨ, ਸੈਲਫ ਲਿੰਕੇਜ ਦੀ ਪ੍ਰੋਪਰਟੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਇੱਕ ਸਾਈਕਲਿਕ ਹਾਈਡਰੋਕਾਰਬਨ ਹੈ ਜਿੰਦੇ ਵਿੱਚ ਕਾਰਬਨ ਕਾਰਬਨ ਸਿੰਗਲ ਬੌਂਡ ਤੇ ਕਾਰਬਨ ਕਾਰਬਨ ਡਬਲ ਬੌਂਡ ਵੀ ਹੈ। ਇਹ ਕਿਹੜਾ ਹੋ ਸਕਦਾ ਹੈ? ਯਾਦ ਹੀ ਰੱਖ ਲਓ, ਬਹੁਤ ਜ਼ਰੂਰੀ। C6H6 ਇਹ ਕੀ ਹੁੰਦਾ ਜੀ? ਇਹਨੂੰ ਬੋਲਦੇ ਨੇ ਬੈਨਜ਼ੀਨ। ਇਹਦੇ ਵਿੱਚ ਆਲਟਰਨੇਟ ਬੌਂਡ ਹੁੰਦੀਆਂ ਜੀ, ਇੱਕ ਸਿੰਗਲ ਬੌਂਡ, ਇੱਕ ਡਬਲ ਬੌਂਡ, ਇੱਕ ਸਿੰਗਲ ਬੌਂਡ, ਇੱਕ ਡਬਲ ਬੌਂਡ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦਾ ਹਾਈਡਰੋਕਾਰਬਨ 2 ਮਿਥਾਈਲ ਬਿਊਟੇਨ ਇਜ਼ ਆਈਸੋਮਰ ਆਫ। ਕਹਿੰਦੇ ਜਿਹੜਾ ਆਪਣੇ ਕੋਲ ਹਾਈਡਰੋਕਾਰਬਨ ਹੈ ਜੀ 2 ਮਿਥਾਈਲ ਬਿਊਟੇਨ, ਇਹ ਕਿੰਦਾ ਆਈਸੋਮਰ ਹੈ? ਇਹ ਆਪਣੇ ਕੋਲ ਆਈਸੋਮਰ ਹੈਗਾ ਜੀ। ਦੇਖੋ ਹੁਣੇ ਤੁਹਾਨੂੰ ਮੈਂ ਲੱਭਣ ਦਾ ਤਰੀਕਾ ਦੱਸ ਦੇਣਾ। 2 ਮਿਥਾਈਲ ਯਾਨੀ ਕਿ ਇੱਕ 2 ਪੋਜੀਸ਼ਨ ਦੇ ਮਿਥਾਈਲ ਗਰੁੱਪ ਇੱਕ ਕਾਰਬਨ ਲੱਗਿਆ ਤੇ ਬੁੱਟ ਦਾ ਮਤਲਬ ਹੁੰਦਾ ਜੀ 4 ਕਾਰਬਨ। ਟੋਟਲ ਕਿੰਨੇ ਕਾਰਬਨ ਹੋ ਗਏ? 5। ਤੇ ਆਪਣੇ ਕੋਲ 5 ਕਾਰਬਨ ਵਾਲਾ ਕੀ ਪਿਆ ਜੀ? ਆਪਸ਼ਨ ਏ ਪੈਂਟੇਨ। ਐਨ ਪੈਂਟੇਨ ਦਾ ਇਹ ਕੀ ਹੈ ਜੀ? ਇਸ ਨੂੰ ਬੋਲਿਆ ਜਾਂਦਾ ਹੈ ਆਈਸੋਮਰ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇੱਕ ਅਨਸੈਚੂਰੇਟਡ ਹਾਈਡਰੋਕਾਰਬਨ ਹੈ ਜਿੰਦੇ ਵਿੱਚ ਟ੍ਰਿਪਲ ਕੋਵੈਲੈਂਟ ਬੌਂਡ ਹੈ ਤੇ ਉਹਦੇ ਕੋਲ 50 ਹਾਈਡਰੋਜਨ ਹੈ। ਠੀਕ ਹੈ ਜੀ। ਅਨਸੈਚੂਰੇਟਡ ਟ੍ਰਿਪਲ ਬੌਂਡ ਤੇ 50 ਹਾਈਡਰੋਜਨ ਇਨ ਇਟਸ ਮੋਲੀਕਿਊਲ। ਦ ਨੰਬਰ ਆਫ ਕਾਰਬਨ ਐਟਮ। ਹੁਣ ਆਪਾਂ ਇਹਦੇ 'ਚ ਕਾਰਬਨ ਦੱਸਦੇ ਨੇ, ਆਪਾਂ ਨੂੰ ਹਾਈਡਰੋਜਨ ਪਤਾ ਹੈ, ਕਾਰਬਨ ਦੱਸਣੇ ਨੇ ਕਿਹਦੇ ਵਿੱਚ ਦੱਸਦੇ ਨੇ? ਐਲਕਾਈਨ ਵਿੱਚ। ਮੈਂ ਐਲਕਾਈਨ ਵਿੱਚ ਕੀ ਦੱਸਿਆ ਸੀ ਜੀ? ਦੁੱਗਣਾ -2। ਹੁਣ ਜੇ ਪਹਿਲਾਂ -2 ਸੀ, ਇੱਥੇ ਇੱਕ ਵਾਰ +2 ਕਰ ਦਿਓ, ਕਿੰਨਾ ਬਣ ਗਿਆ ਜੀ? 56। ਦੁੱਗਣੇ ਦਾ ਹਾਫ ਕਿੰਨਾ ਹੋ ਗਿਆ? ਠੀਕ ਹੈ ਜੀ। 56 ਦਾ ਇੱਥੇ ਆਪਾਂ ਹਾਫ ਕਰਾਂਗੇ, 56 ਮੈਂ ਲਿਖਤਾ 52। 52 ਦਾ ਜਦੋਂ ਇੱਥੇ ਆਪਾਂ ਹਾਫ ਕਰਾਂਗੇ, ਆਪਸ਼ਨ ਸੀ ਜੀ 26। ਹੁਣ ਮੈਂ ਤੁਹਾਨੂੰ ਫਿਰ ਵੀ ਇਹ ਇੱਥੇ ਲਿਖ ਕੇ ਦਿਖਾ ਦਿੰਦਾ। C 26 ਬਣੇਗਾ ਜੀ, H ਆਪਣੇ ਕੋਲ ਬਣੇਗਾ ਜੀ 50। ਠੀਕ ਹੈ ਜੀ। ਇਹ ਬਣੇਗਾ ਆਪਣੇ ਕੋਲ ਅਲਕਾਈਨ ਦਾ ਫਾਰਮੂਲਾ ਜਿਹੜਾ ਕਿ 50 ਹਾਈਡਰੋਜਨ ਵਾਲਾ ਹੋਏਗਾ, ਟ੍ਰਿਪਲ ਬੌਂਡ ਵਾਲਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇੱਕ ਆਪਣੇ ਕੋਲ ਅਲਕਾਈਨ ਹੈ 75 ਕਾਰਬਨ ਨੇ ਆਪਣੇ ਕੋਲ। ਕਹਿੰਦੇ ਇਹਦੇ ਵਿੱਚ ਹਾਈਡਰੋਜਨ ਕਿੰਨੇ ਹੋਣਗੇ? ਅਲਕਾਈਨ ਫਿਰ ਆ ਗਿਆ ਜੀ 75 ਦਾ ਡਬਲ ਕਿੰਨਾ ਹੋ ਗਿਆ ਜੀ? 150। 150 'ਚੋਂ 2 ਕੱਢੋ, 148। ਆਪਣੇ ਕੋਲ ਹੋਣਗੇ ਜੀ 148 ਹਾਈਡਰੋਜਨ ਐਟਮ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਅ ਡਾਇਮੰਡ ਟੂਥਡ ਸੌ ਇਜ਼ ਯੂਜਲੀ ਯੂਜ਼ਡ ਫॉर ਕਟਿੰਗ। ਕਹਿੰਦੇ ਜਿਹੜਾ ਇੱਕ ਡਾਇਮੰਡ ਟੂਥਡ ਸੌ ਹੁੰਦਾ ਹੈ ਇਹ ਕਿਹਦੇ ਲਈ ਵਰਤਿਆ ਜਾਂਦਾ? ਇਹ ਵਰਤਿਆ ਜਾਂਦਾ ਜੀ ਆਪਸ਼ਨ ਸੀ ਕਾਰਬਨ ਸਲੈਬਸ ਨੂੰ ਕੱਟਣ ਵਾਸਤੇ। ਇਹ ਜਿਹੜਾ ਆਪਾਂ ਹੁਣੇ ਕੁਐਸਚਨ ਕੀਤਾ ਸੀ, ਇਹ ਵਾਲਾ ਕੁਐਸਚਨ 2364 ਜਿਹੜਾ ਪੋਸਟਾਂ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਐਜ਼ ਇਟ ਇਜ਼ ਆਇਆ ਹੋਇਆ ਸੀ। ਸੋ ਮੈਂ ਕਹਿ ਰਿਹਾ ਵਾਰ-ਵਾਰ ਇਹ ਚੈਪਟਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਸ ਚੈਪਟਰ 'ਤੇ ਆਪਾਂ ਚੰਗੀ ਤਰ੍ਹਾਂ ਧਿਆਨ ਦੇਣਾ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਦ ਆਰਗੈਨਿਕ ਕੰਪਾਊਂਡ ਪ੍ਰੀਪੇਅਰਡ ਬਾਏ ਹੋਲਰ ਫਰੋਮ ਇਨਆਰਗੈਨਿਕ ਕੰਪਾਊਂਡ ਕੋਲਡ ਅਮੋਨੀਅਮ ਸਾਈਨੇਟ। ਹੁਣ ਇਹ ਕੀ ਸੀ ਜੀ? ਇਹ +1 ਦੇ ਵਿੱਚ ਥੋੜ੍ਹੀ ਇਹਦੀ ਡਿਟੇਲ ਆਉਂਦੀ ਹੈ, ਤੁਸੀਂ ਜਸਟ ਯਾਦ ਰੱਖੋ। ਵੋਲਰ ਨੇ ਲੈਬ ਦੇ ਵਿੱਚ ਪ੍ਰੀਪੇਅਰ ਕੀਤਾ ਸੀ ਯੂਰੀਆ ਪ੍ਰੀਪੇਅਰ ਕੀਤਾ ਸੀ। ਠੀਕ ਹੈ ਜੀ। ਇੱਕ ਇਨਆਰਗੈਨਿਕ ਕੰਪਾਊਂਡ ਅਮੋਨੀਅਮ ਸਾਈਨੇਟ ਤੋਂ। ਚਲਦੇ ਹਾਂ ਜੀ ਅੱਗੇ। ਕਹਿੰਦੇ ਵਨ ਆਫ ਦਾ ਫੋਲੋਇੰਗ ਇਜ਼ ਨੋਟ ਐਲੋਟ੍ਰੋਪ ਆਫ ਕਾਰਬਨ। ਮੈਂ ਹੁਣੇ ਤੁਹਾਨੂੰ 3 ਐਲੋਟ੍ਰੋਪ ਦੱਸੇ ਸੀ ਕਾਰਬਨ ਦੇ, ਡਾਇਮੰਡ, ਗ੍ਰੇਫਾਈਟ ਤੇ ਬਕਮਿੰਸਟਰ। ਜਿਹੜਾ ਕਿਊਮੀਨ ਹੈ ਇਹ ਕੀ ਹੈ ਜੀ? ਇਹਦਾ ਆਪਣੇ ਕੋਲ ਕਾਰਬਨ ਦਾ ਐਲੋਟ੍ਰੋਪ ਨਹੀਂ ਹੈਗਾ ਕਿਊਮੀਨ। ਚਲਦੇ ਹਾਂ ਅੱਗੇ ਜੀ। ਕਹਿੰਦੇ ਜੀ ਦ ਨੰਬਰ ਆਫ ਕਾਰਬਨ ਐਟਮ ਇਨ ਆਰਗੈਨਿਕ ਕੰਪਾਊਂਡ ਨੇਮਡ 2,2 ਡਾਈਮਿਥਾਈਲ ਪ੍ਰੋਪੇਨ। ਹੁਣ ਦੇਖੋ ਜੀ 2,2 ਡਾਈਮਿਥਾਈਲ ਮਤਲਬ 2 ਕਾਰਬਨ ਤਾਂ ਇੱਥੇ ਹੋ ਗਏ ਜੀ, ਮਿਥਾਈਲ ਦਾ 1 ਕਾਰਬਨ, ਡਾਈਮਿਥਾਈਲ ਇਹ 2 ਇੱਥੇ ਹੋ ਗਏ। ਜਿਹੜਾ ਪ੍ਰੋਪ ਵਰਡ ਵਰਤਿਆ ਜਾਂਦਾ ਜੀ 3 ਵਾਸਤੇ। ਟੋਟਲ ਕਾਰਬਨ ਆਪਣੇ ਕੋਲ ਕਿੰਨੇ ਹੋ ਗਏ ਜੀ? ਇੱਥੇ 5 ਕਾਰਬਨ ਹੋ ਗਏ ਜੀ, ਆਪਸ਼ਨ ਬੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਦ ਪੇਅਰ ਆਫ ਐਲੀਮੈਂਟਸ ਵਿਚ ਐਗਜ਼ਿਬਿਟ ਦ ਪ੍ਰੋਪਰਟੀ ਆਫ ਕੈਟੀਨੇਸ਼ਨ। ਕਹਿੰਦੇ ਐਸੇ ਐਲੀਮੈਂਟਸ ਜਿਨ੍ਹਾਂ ਕੋਲ ਕੈਟੀਨੇਸ਼ਨ ਦੀ ਪ੍ਰੋਪਰਟੀ ਹੈ। ਮੈਂ ਤੁਹਾਨੂੰ ਦੱਸਦਾ ਜੀ ਸਿਲੀਕੋਨ ਤੇ ਕਾਰਬਨ ਇਹ 2 ਹੀ ਐਵੇਂ ਦੇ ਹੈਗੇ ਨੇ ਜਿਨ੍ਹਾਂ ਕੋਲ ਕੈਟੀਨੇਸ਼ਨ ਦੀ ਪ੍ਰੋਪਰਟੀ ਹੈ। ਕੁਝ ਹੋਰ ਐਲੀਮੈਂਟਸ ਕੋਲ ਵੀ ਹੁੰਦੀ, ਜਿਵੇਂ ਸਲਫਰ ਕੋਲ ਵੀ ਹੁੰਦੀ ਹੈ, ਬਟ ਉਹ ਬੜੀ ਥੋੜ੍ਹੀ ਹੁੰਦੀ ਹੈ, ਘੱਟ ਹੁੰਦੀ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਦ ਸੈਚੂਰੇਟਡ ਹਾਈਡਰੋਕਾਰਬਨ ਹੈਜ਼ 50 ਹਾਈਡਰੋਜਨਸ ਇਨ ਇਟਸ ਮੋਲੀਕਿਊਲ। ਠੀਕ ਹੈ ਜੀ। ਕਹਿੰਦੇ ਦ ਨੰਬਰ ਆਫ ਕਾਰਬਨ, ਕਹਿੰਦੇ ਹੁਣ ਸੈਚੂਰੇਟਡ ਮਤਲਬ ਅਲਕੇਨ ਵਿੱਚ 50 ਹਾਈਡਰੋਜਨ ਨੇ। ਮੈਂ ਕੀ ਦੱਸਿਆ ਸੀ? ਦੁੱਗਣੇ ਤੋਂ 2 + 2 ਘਟਾਓ 50 ਵਿੱਚੋਂ ਕਿੰਨਾ ਰਹਿ ਗਿਆ? 48। 48 ਦਾ ਅੱਧਾ 24। ਆਪਸ਼ਨ ਬੀ ਇਜ਼ ਦ ਰਾਈਟ ਆਨਸਰ। ਚਲਦੇ ਹਾਂ ਜੀ ਅੱਗੇ। ਕਹਿੰਦੇ ਇੱਕ ਹਾਈਡਰੋਕਾਰਬਨ ਹੈ ਹੈਵਿੰਗ 1 ਡਬਲ ਬੌਂਡ ਐਂਡ 100 ਕਾਰਬਨ ਇਨ ਇਟਸ ਮੋਲੀਕਿਊਲ। ਦ ਨੰਬਰ ਆਫ ਹਾਈਡਰੋਜਨ ਇਨ ਦ ਮੋਲੀਕਿਊਲ। ਜਦੋਂ ਡਬਲ ਬੌਂਡ ਆ ਜਾਂਦੀ ਹੈ ਜੀ ਅਲਕੀਨ 'ਚ ਕੀ ਹੁੰਦਾ? ਜਿੰਨਾ ਕਾਰਬਨ ਹੈ ਉਸ ਤੋਂ ਡਬਲ ਕੀ ਹੋਣਗੇ ਆਪਣੇ ਕੋਲ? ਐਟਮ ਹੋਣਗੇ ਹਾਈਡਰੋਜਨ ਦੇ। ਆਪਣੇ ਕੋਲ ਆ ਗਿਆ ਜੀ ਆਨਸਰ 200।
ਚੱਲਦੇ ਹਾਂ ਜੀ ਅੱਗੇ। ਉਮੀਦ ਕਰਦਾ ਤੁਹਾਨੂੰ ਇਹ ਸਮਝ ਆ ਰਹੇ ਹੋਣਗੇ, ਨਹੀਂ ਤਾਂ ਤੁਸੀਂ ਫਾਰਮੂਲਾਜ਼ ਦੇ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਨਾਂ ਨੂੰ ਨਾਲ ਸਮਝ ਸਕਦੇ ਹੋ। ਕਹਿੰਦੇ ਜੀ ਅਗਲਾ ਕੁਐਸਚਨ, ਦ ਹਾਈਡਰੋਕਾਰਬਨ ਵਿਚ ਹੈਜ਼ ਆਲਟਰਨੇਟ ਸਿੰਗਲ ਡਬਲ ਬੌਂਡਸ ਅਰੇਂਜਡ ਇਨ ਦ ਫਾਰਮ ਆਫ ਰਿੰਗ। ਮੈਂ ਹੁਣੇ ਤੁਹਾਨੂੰ ਉੱਪਰ ਦੱਸਿਆ ਸੀ ਬੈਂਜ਼ੀਨ C6H6 C6H6 ਇਹਦੇ 'ਚ ਕੀ ਹੁੰਦਾ ਜੀ, ਆਲਟਰਨੇਟ ਸਿੰਗਲ ਡਬਲ ਬੌਂਡਸ ਹੁੰਦੀਆਂ ਜੀ। ਅੱਗੇ ਕੁਐਸਚਨ ਆ ਗਿਆ, ਕਹਿੰਦੇ ਵਿਚ ਆਫ ਦ ਫੋਲੋਇੰਗ ਕੈਨ ਨੋਟ ਐਗਜ਼ੀਬਿਟ ਆਈਸੋਮੈਰਿਜ਼ਮ। ਆਈਸੋਮੈਰਿਜ਼ਮ ਹੁੰਦਾ ਜੀ ਜਦੋਂ ਕੀ ਹੁੰਦਾ ਇੱਕ ਚੀਜ਼ ਦੀਆਂ ਇੱਕੋ ਫਾਰਮੂਲੇ ਦੇ ਸਟਰਕਚਰ ਇੱਕ ਤੋਂ ਜ਼ਿਆਦਾ ਹੋਣ। ਜਿਹੜਾ C3 ਹੁੰਦਾ ਨਾ ਜੀ, ਕਾਰਬਨ 3, ਇਹਦੇ 'ਚ ਕੀ ਹੋਏਗਾ, ਦੇਖੋ ਇਹ 3 ਕਾਰਬਨ ਸਿਰਫ ਇਸ ਤਰ੍ਹਾਂ ਹੀ ਜੁੜ ਸਕਦੇ ਨੇ, ਹੋਰ ਕਿਸੇ ਤਰੀਕੇ ਨਾਲ ਨਹੀਂ ਜੁੜ ਸਕਦੇ। ਜੇ ਅਗਰ ਦੇਖੋ ਆਪਾਂ ਇੱਕ ਕਾਰਬਨ ਨੂੰ, ਮੈਂ ਤੁਹਾਨੂੰ ਇੱਥੇ ਦੇਖੋ ਇਹਨੂੰ ਆਪਾਂ 1 ਮਿੰਟ ਇਰੇਜ਼ ਕਰਦਾ। ਜੇ ਦੇਖੋ ਆਪਾਂ ਇੱਕ ਕਾਰਬਨ ਨੂੰ ਇਸ ਤਰ੍ਹਾਂ ਵੀ ਲਿਖ ਦਈਏ, ਠੀਕ ਹੈ ਜੀ, ਐਵੇਂ ਵੀ 3 ਕਾਰਬਨ ਲਿਖ ਦਈਏ, ਗੱਲ ਤਾਂ ਉਹੀ ਹੈ ਕਿ ਚੇਨ ਤਾਂ ਆਹੀ ਬਣ ਰਹੀ ਹੈ ਨਾ, ਲੌਂਗੈਸਟ ਚੇਨ। ਇੱਥੇ ਕੀ ਹੁੰਦਾ ਜੀ, ਜਦੋਂ ਵੀ C3 ਹੁੰਦਾ ਆਪਣੇ ਕੋਲ ਆਈਸੋਮੈਰਿਜ਼ਮ ਨਹੀਂ ਹੁੰਦਾ, ਆਈਸੋਮੈਰਿਜ਼ਮ ਨਹੀਂ ਹੋ ਸਕਦਾ। C6 'ਚ ਹੋ ਸਕਦਾ, C5 'ਚ ਹੋ ਸਕਦਾ, C4 'ਚ ਵੀ ਹੋ ਸਕਦਾ। ਅਗਲੇ ਕੁਐਸਚਨ 'ਤੇ ਆਉਂਦੇ ਹਾਂ ਜੀ। ਕਹਿੰਦੇ ਦ ਪੈਨਸਿਲ ਲੈਡਸ ਆਰ ਮੇਡ ਅਪ ਆਫ ਮੇਨਲੀ, ਉਹ ਬਣੀਆਂ ਹੁੰਦੀਆਂ ਜੀ ਗ੍ਰੈਫਾਈਟ ਦੀਆਂ। ਗ੍ਰੈਫਾਈਟ ਤੋਂ ਪੈਨਸਿਲ ਦੀ ਲੈਡ ਬਣਦੀ ਹੈ, ਅਤੇ ਗ੍ਰੈਫਾਈਟ ਹੀ ਇੱਕ ਐਸਾ ਨੋਨ ਮੈਟਲ ਹੈ ਜਿਹੜਾ ਕੀ ਕਰਦਾ ਜੀ, ਬਿਜਲੀ ਕੰਡਕਟ ਕਰਦਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਨੰਬਰ ਆਫ ਆਈਸੋਮਰਸ ਫੋਰਮਡ ਬਾਈ ਦ ਹਾਈਡਰੋਕਾਰਬਨ ਮੋਲੀਕੂਲਰ C5H12। ਕਹਿੰਦੇ ਜੀ ਪੈਂਟੇਨੇਨ ਦੇ ਕਿੰਨੇ, C5H12 ਦਾ ਨਾਮ ਹੁੰਦਾ ਪੈਂਟੇਨੇਨ ਦੇ ਕਿੰਨੇ ਆਈਸੋਮਰ ਬਣਨਗੇ। ਮੈਂ ਤੁਹਾਨੂੰ ਇੱਥੇ ਹਲਕਾ ਜਿਹਾ ਦੱਸ ਦੇਣਾ, ਇਹਦਾ ਪਹਿਲਾ ਆਈਸੋਮਰ ਬਣੇਗਾ ਜੀ ਇਸ ਤਰ੍ਹਾਂ, ਆਪਣੇ ਕੋਲ C5 ਸਿੰਪਲ ਚੇਨ ਦੇ ਵਿੱਚ, ਠੀਕ ਹੈ ਜੀ। ਦੂਸਰਾ ਆਪਣੇ ਕੋਲ ਬਣੇਗਾ ਜੀ, ਇਹ ਦੇਖੋ ਜੀ, ਇਹ ਆਪਣੇ ਕੋਲ C4 ਅਤੇ ਇੱਕ ਕਾਰਬਨ ਇੱਥੇ ਲੱਗੇਗਾ ਜੀ, ਇਹ ਹੈ ਦੂਸਰੀ ਫੋਰਮ। ਜਿਹੜਾ ਇਹਦਾ ਤੀਸਰਾ ਹੋਏਗਾ ਜੀ, ਉਹ ਹੋਏਗਾ ਜੀ ਇਸ ਤਰ੍ਹਾਂ, ਇਹ 3 ਕਾਰਬਨ ਲੱਗ ਗਏ ਜੀ, ਸੈਂਟਰ ਵਾਲੇ ਦੇ ਇੱਕ ਉੱਪਰ ਕਾਰਬਨ, ਇੱਕ ਥੱਲੇ ਕਾਰਬਨ। ਇਹਦੀਆਂ 3 ਫੋਰਮਸ ਨੇ ਜਿਹੜੀਆਂ ਆਈਸੋਮਰਸ ਦੀਆਂ ਪੋਸੀਬਲ ਹੋ ਸਕਦੀਆਂ। ਆਨਸਰ ਇਜ਼ 3। ਅਗਰ ਕੋਈ ਐਵੇਂ ਦਾ ਕੁਐਸਚਨ ਆ ਜਾਵੇ, ਇਹਨੂੰ ਤੁਸੀਂ ਡਰਾ ਕਰਕੇ ਵੇਖੋ ਤਾਂ ਜ਼ਿਆਦਾ ਬੈਟਰ ਹੈ। ਅੱਗੇ ਆ ਜਾਓ। ਕਹਿੰਦੇ ਨੰਬਰ ਆਫ ਕਾਰਬਨ ਐਟਮ ਜੁਆਇੰਡ ਇਨ ਸਫੈਰੀਕਲ ਮੋਲੀਕਿਊਲ ਆਫ ਬਕਮਿੰਸਟਰ ਫੁਲਰੈਂਸ। ਬਕਮਿੰਸਟਰ ਫੁਲਰੈਂਸ ਹੁੰਦਾ ਜੀ ਜਿਹੜਾ ਇਹਦਾ ਫੁੱਟਬਾਲ ਵਰਗਾ ਸਟਰਕਚਰ ਹੁੰਦਾ, ਇਹਦੇ ਵਿੱਚ 60 ਜਿਹੜੇ ਕੀ ਹੁੰਦੇ ਨੇ ਜੀ, ਕਾਰਬਨ ਦੇ ਐਟਮ ਆਪਸ ਦੇ ਵਿੱਚ ਮਿਲ ਕੇ ਕੀ ਕਰਦੇ ਨੇ, ਬੌਂਡ ਬਣਾਉਂਦੇ ਨੇ ਜੀ। ਚਲਦੇ ਹਾਂ ਜੀ ਅੱਗੇ। ਦੇਖੋ ਜੀ, ਕਹਿੰਦੇ ਦ ਮੋਲੀਕੂਲਰ ਫਾਰਮੂਲਾ ਆਫ ਹੋਮੋਲੋਗ ਆਫ ਬਿਊਟੇਨ ਇਜ਼। ਕਹਿੰਦੇ ਮੋਲੀਕੂਲਰ ਫਾਰਮੂਲਾ ਬਿਊਟੇਨ ਦਾ ਕੀ ਹੋਏਗਾ। ਹੁਣ ਉਹਨਾਂ ਨੇ ਮੋਲੀਕੂਲਰ ਫਾਰਮੂਲਾ ਪੁੱਛਿਆ ਜੀ ਬਿਊਟੇਨ ਦਾ, ਹੋਮੋਲੋਗ, ਦੇਖੋ ਬਿਊਟੇਨ ਦਾ ਨਹੀਂ ਐਕਚੁਅਲੀ ਪੁੱਛਿਆ, ਉਹਦੇ ਹੋਮੋਲੋਗਸ ਦਾ ਪੁੱਛਿਆ। ਹੋਮੋਲੋਗਸ ਮਤਲਬ ਜਿਹੜਾ ਬਿਊਟੇਨ ਕੀ ਹੈ, ਬਿਊਟੇਨ ਆਪਣੇ ਕੋਲ ਇੱਕ ਅਲਕੇਨ ਹੈ ਜੀ, ਅਤੇ ਆਪਾਂ ਨੂੰ ਜਿਹੜਾ ਇੱਥੇ ਫਾਰਮੂਲਾ ਚਾਹੀਦਾ ਉਹ ਵੀ ਅਲਕੇਨ ਦਾ ਚਾਹੀਦਾ। ਆਹ ਅਲਕੀਨ ਦਾ ਫਾਰਮੂਲਾ, ਆ ਵੀ ਅਲਕੀਨ ਦਾ ਫਾਰਮੂਲਾ, ਇਹ ਅਲਕਾਈਨ ਦਾ ਅਤੇ ਅਲਕੇਨ ਦਾ AN ਵਾਲੇ ਦਾ ਕੀ ਫਾਰਮੂਲਾ ਜੀ, ਆਪਸ਼ਨ D ਆ ਗਿਆ ਜੀ ਆਪਣੇ ਕੋਲ। ਚਲਦੇ ਹਾਂ ਅੱਗੇ। ਕਹਿੰਦੇ ਵਨ ਆਫ ਦ ਫੋਲੋਇੰਗ ਮੋਲੀਕੂਲਰ ਫਾਰਮੂਲਾ ਕੈਨ ਰੀਪ੍ਰਜੈਂਟ 2 ਔਰਗੈਨਿਕ ਕੰਪਾਊਂਡਸ ਹੈਵਿੰਗ ਡਿਫਰੈਂਟ ਫੰਕਸ਼ਨਲ ਗਰੁੱਪ। ਹੁਣ ਕਹਿੰਦੇ ਇਹਨਾਂ ਵਿੱਚੋਂ ਇੱਕ ਕੀ ਕਰ ਸਕਦਾ ਜੀ, 2 ਕੰਪਾਊਂਡਸ ਨੂੰ ਰੀਪ੍ਰਜੈਂਟ ਕਰ ਸਕਦਾ। ਕਿਹੜਾ ਹੋ ਸਕਦਾ ਜੀ ਇਹਨਾਂ ਵਿੱਚੋਂ। ਇੱਥੇ ਆਪਣੇ ਕੋਲ ਆਪਸ਼ਨ ਆਏਗੀ ਜੀ ਆਪਸ਼ਨ B। ਇਹ ਕੀ ਹੈ, ਹੁਣ ਇਹਦੀ ਤੁਹਾਨੂੰ ਅਗਰ ਸਮਝਣਾ ਚਾਹੁੰਦੇ ਹੋ, ਇੱਥੇ ਤੁਹਾਨੂੰ ਫੰਕਸ਼ਨਲ ਗਰੁੱਪਸ ਦੀ ਨੌਲੇਜ ਹੋਣੀ ਚਾਹੀਦੀ ਹੈ। ਅਗਰ ਮੈਂ ਫੰਕਸ਼ਨਲ ਗਰੁੱਪਸ ਇੱਥੇ ਕਰਵਾਉਣ ਲੱਗ ਗਿਆ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਵੀਡੀਓ। ਸੋ ਇੱਥੇ ਤੁਸੀਂ ਇੱਕ ਵਾਰ ਇਹਨੂੰ ਜਸਟ ਯਾਦ ਰੱਖ ਲਓ, C5H10O ਇਹ ਕੀ ਕਰਦਾ ਜੀ, ਐਲਡੀਹਾਈਡ ਦੇ ਕੀਟੋਨ ਨੂੰ ਰੀਪ੍ਰਜੈਂਟ ਕਰੇਗਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਦ ਨੰਬਰ ਆਫ ਕਾਰਬਨ ਐਟਮ ਪ੍ਰੈਜੈਂਟ ਇਨ ਮੋਲੀਕਿਊਲ ਆਫ 5th ਮੈਂਬਰ ਆਫ ਹੋਮੋਲੋਗਸ ਸੀਰੀਜ਼ ਆਫ ਐਲਕਾਈਨ। ਕਹਿੰਦੇ ਜੀ ਐਲਕਾਈਨ ਦੇ 5ਵੇਂ ਜਿਹੜੇ ਮੈਂਬਰ 'ਚ ਕਿੰਨੇ ਕੀ ਹੋਣਗੇ, ਕਾਰਬਨ ਦੇ ਆਪਣੇ ਕੋਲ ਐਟਮ ਹੋਣਗੇ। ਹੁਣ ਐਲਕਾਈਨ ਮਤਲਬ ਜੀ ਟ੍ਰਿਪਲ ਬੌਂਡ, ਠੀਕ ਹੈ ਜੀ। ਟ੍ਰਿਪਲ ਬੌਂਡ ਦੇਖੋ ਕੱਲਾ ਕਾਰਬਨ ਹੈ, ਇਹਨੂੰ ਬੋਲਦੇ ਨੇ ਮੈਥ। ਹੁਣ ਕੱਲਾ ਕਾਰਬਨ ਤਾਂ 3 ਬੌਂਡ ਬਣਾ ਹੀ ਨਹੀਂ ਸਕਦਾ ਕਿਸੇ ਨਾਲ, ਹਾਈਡਰੋਜਨ ਤਾਂ 1 ਬੌਂਡ ਬਣਾਉਂਦੀ ਹੈ। ਸੋ ਜਿਹੜਾ ਅਲਕਾਈਨ ਗਰੁੱਪ ਹੁੰਦਾ ਇਹਦੇ 'ਚ ਪਹਿਲਾ ਮੈਂਬਰ ਹੀ ਕਿਹੜਾ ਹੁੰਦਾ ਜੀ, ਆਪਣੇ ਕੋਲ 3 ਬੌਂਡ ਵਾਲਾ 2 ਕਾਰਬਨ ਵਾਲਾ ਹੁੰਦਾ। ਸੋ ਇਸ ਹਿਸਾਬ ਨਾਲ ਜਿਹੜਾ ਇਹਦਾ 5ਵਾਂ ਮੈਂਬਰ ਹੋਏਗਾ ਜੀ 6 ਕਾਰਬਨ ਵਾਲਾ, ਠੀਕ ਹੈ ਜੀ। ਇਸ ਨੂੰ ਯਾਦ ਰੱਖਣਾ ਹੈ। ਇਹਨੂੰ ਕਰਨ ਲਈ ਜੇ ਤੁਹਾਨੂੰ ਕੋਈ ਦਿੱਕਤ ਆ ਰਹੀ, ਨਾਲ ਤੁਸੀਂ NCERT ਕਾਰਬਨ ਐਂਡ ਕੰਪਾਊਂਡ ਵਾਲਾ ਚੈਪਟਰ ਖੋਲ੍ਹ ਜਾਓ, ਬਹੁਤ ਸਾਰੀਆਂ ਗੱਲਾਂ ਤੁਹਾਨੂੰ ਉੱਥੋਂ ਵੀ ਨਾਲ ਕਲੀਅਰ ਹੁੰਦੀਆਂ ਰਹਿਣਗੀਆਂ। ਕਹਿੰਦੇ ਵਨ ਆਫ ਦ ਫੋਲੋਇੰਗ ਬਰਨ ਵਿਦਾਊਟ ਫਲੇਮ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਵਿਦਾਊਟ ਫਲੇਮ ਬਰਨ ਕਰਦਾ, ਉਹ ਬਰਨ ਕਰਦਾ ਜੀ ਚਾਰਕੋਲ। ਜਿਹੜਾ ਚਾਰਕੋਲ ਹੁੰਦਾ ਜੀ ਆਪਣੇ ਕੋਲ, ਇਹ ਵਿਦਾਊਟ ਫਲੇਮ ਬਰਨ ਕਰਦਾ ਹੈ। ਅਗਲੇ ਕੁਐਸਚਨ 'ਤੇ ਆਉਂਦੇ ਹਾਂ ਜੀ। ਕਹਿੰਦੇ ਦ ਫੰਕਸ਼ਨਲ ਗਰੁੱਪ ਵਿਚ ਆਲਵੇਜ਼ ਅਕਰ ਇਨ ਦ ਮਿਡਲ ਆਫ ਦ ਕਾਰਬਨ ਚੇਨ। ਕਹਿੰਦੇ ਐਸੇ ਫੰਕਸ਼ਨਲ ਗਰੁੱਪ ਦਾ ਦੱਸੋ ਜਿਹੜਾ ਕੀ ਕਰਦਾ, ਹਮੇਸ਼ਾ ਮਿਡਲ ਦੇ ਵਿੱਚ ਪਾਇਆ ਜਾਂਦਾ। ਇਹ ਹੁੰਦਾ ਜੀ ਕੀਟੋਨ ਗਰੁੱਪ। ਕੀਟੋਨ ਗਰੁੱਪ ਕਦੇ ਵੀ ਸਾਈਡ 'ਤੇ ਨਹੀਂ ਲੱਗਿਆ ਹੁੰਦਾ ਚੇਨ ਦੇ, ਇਹ ਹਮੇਸ਼ਾ ਮਿਡਲ ਵਿੱਚ ਪਾਇਆ ਜਾਂਦਾ। ਇਸ ਤਰ੍ਹਾਂ ਜਿਵੇਂ ਆ ਕਾਰਬਨ ਕਾਰਬਨ ਕਾਰਬਨ,
ਇਹ ਗਰੁੱਪ ਹੈ ਇਸ ਤਰ੍ਹਾਂ ਸੈਂਟਰ ਦੇ ਵਿੱਚ ਜਿਹੜਾ ਵੀ ਮਤਲਬ ਵਿਚਕਾਰ ਕਾਰਬਨ ਹੋਏਗਾ ਸੈਂਟਰ ਦੇ ਵਿੱਚ ਡਬਲ ਬੌਂਡ O ਲੱਗੀ ਹੁੰਦੀ ਹੈ, ਇਸ ਨੂੰ ਬੋਲਦੇ ਨੇ ਜੀ ਕੀਟੋਨ ਗਰੁੱਪ। ਚਲਦੇ ਹਾਂ ਜੀ ਅੱਗੇ। ਆ ਗਿਆ ਜੀ। ਕਹਿੰਦੇ ਨੈਕਸਟ ਆ ਜਾਓ। ਕਹਿੰਦੇ ਦ ਮੋਲੀਕੂਲਰ ਫਾਰਮੂਲਾ ਆਫ ਸਮ ਔਰਗੈਨਿਕ ਕੰਪਾਊਂਡ ਆਰ ਗਿਵਨ ਬਿਲੋ ਵਿਚ ਆਫ ਦ ਫੋਲੋਇੰਗ ਆਫ these ਕੰਟੇਨ ਐਲਡੀਹਾਈਡ ਗਰੁੱਪ। ਕਹਿੰਦੇ ਸਾਰਿਆਂ ਦਾ ਮੋਲੀਕੂਲਰ ਫਾਰਮੂਲਾ ਦਿੱਤਾ ਹੈ, ਇਹਨਾਂ ਵਿੱਚੋਂ ਕਿਹਦੇ ਵਿੱਚ ਐਲਡੀਹਾਈਡ ਹੋ ਸਕਦਾ ਹੈ। ਪਹਿਲੀ ਗੱਲ, ਐਲਡੀਹਾਈਡ ਦੇ ਵਿੱਚ ਆਕਸੀਜਨ ਹੁੰਦੀ ਹੈ, ਸੋ ਕਲੋਰੀਨ ਵਾਲਾ ਇੱਥੇ ਗਲਤ ਹੋ ਗਿਆ। ਇੱਕ ਆਕਸੀਜਨ ਹੁੰਦੀ ਹੈ, ਸੋ ਆ ਵੀ ਇੱਥੇ ਗਲਤ ਹੋ ਗਿਆ। ਇਹਦੇ ਵਿੱਚ ਆਕਸੀਜਨ ਡਬਲ ਬੌਂਡ ਦੇ ਨਾਲ ਹੁੰਦੀ ਹੈ ਤਾਂ ਆਮ ਜਿਵੇਂ ਦੇਖੋ C3H8 ਹਾਈਡਰੋਜਨ ਇਸ ਨਾਲੋਂ ਘੱਟ ਹੁੰਦੀਆਂ, ਸੋ ਇੱਥੇ ਕੀ ਬਣਦਾ ਇਹਦਾ ਸਹੀ ਫਾਰਮੂਲਾ C3H6O। ਅਗਰ ਤੁਸੀਂ ਇਹਦੀ ਜ਼ਿਆਦਾ ਪ੍ਰੋਪਰ ਡਿਟੇਲ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੀ ਇੱਕ ਵਾਰ ਥਿਊਰੀ ਨੂੰ ਵੀ ਰੀਡਿੰਗ ਦੇਣੀ ਚਾਹੀਦੀ ਹੈ ਇਸ ਚੈਪਟਰ ਦੀ, ਕਿਉਂਕਿ ਇਹ ਸਾਰਾ ਚੈਪਟਰ ਪ੍ਰੈਕਟੀਕਲ ਚੱਲਣਾ। ਇਹਦੇ ਵਿੱਚ ਥਿਊਰੀ ਵਾਲੀਆਂ ਗੱਲਾਂ ਘੱਟ ਨੇ ਪਰ ਸਮਝਣ ਵਾਲੀਆਂ ਗੱਲਾਂ ਨੇ ਜਿਹੜੀਆਂ ਜੀ ਉਹ ਜ਼ਿਆਦਾ ਨੇ। ਚਲਦੇ ਹਾਂ ਅੱਗੇ। ਕਹਿੰਦੇ ਜੀ ਦ ਔਰਗੈਨਿਕ ਕੰਪਾਊਂਡਸ ਵਿਚ ਆਰ ਆਈਸੋਮੈਰਿਕ। ਕਹਿੰਦੇ ਐਸੇ ਔਰਗੈਨਿਕ ਕੰਪਾਊਂਡਸ ਦੱਸੋ ਜੀ ਜਿਹੜੇ ਕੀ ਨੇ ਆਪਸ ਦੇ ਵਿੱਚ ਆਪਣੇ ਕੋਲ ਆਈਸੋਮੈਰਿਕ ਨੇ। ਆਈਸੋਮੈਰਿਕ ਮਤਲਬ ਜੀ ਜਿਨ੍ਹਾਂ ਦਾ ਜਿਹੜਾ ਸਟਰਕਚਰ ਹੈ ਉਹ ਆਪਣੇ ਕੋਲ ਰਹੇਗਾ ਜੀ ਸੇਮ, ਠੀਕ ਹੈ ਜੀ, ਸਟਰਕਚਰ ਅਲੱਗ-ਅਲੱਗ ਰਹੇਗਾ ਬਟ ਜਿਹੜਾ ਮੋਲੀਕੂਲਰ ਫਾਰਮੂਲਾ ਹੈ ਜੀ ਉਹ ਆਪਣੇ ਕੋਲ ਬਦਲਦਾ ਰਹੇਗਾ। ਹੁਣ ਇਹ ਕੀ ਹੁੰਦੇ ਨੇ ਜੀ, ਆਪਸ਼ਨ ਸੀ ਹੈ ਜਿਹੜੀ ਇੱਥੇ ਕੀਟੋਨ ਤੇ ਐਲਡੀਹਾਈਡ। ਕੀਟੋਨ ਤੇ ਐਲਡੀਹਾਈਡ ਬਿਲਕੁਲ ਸੇਮ ਗਰੁੱਪ ਹੈ, ਕਾਰਬਨ ਦੇ ਨਾਲ ਡਬਲ ਬੌਂਡ ਆਕਸੀਜਨ, ਬਸ ਫਰਕ ਇਹ ਹੈ ਕੀਟੋਨ ਸੈਂਟਰ ਦੇ ਵਿੱਚ ਹੁੰਦਾ, ਐਲਡੀਹਾਈਡ ਸਾਈਡ ਤੇ ਲੱਗਿਆ ਹੁੰਦਾ, ਚੇਨ ਦੇ ਸਾਈਡ ਤੇ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਫਿਊਲ ਵਿਚ ਯੂਜਲੀ ਬਰਨ ਵਿਦ ਬਲੂ ਫਲੇਮ। ਕਹਿੰਦੇ ਬਲੂ ਫਲੇਮ ਦੇ ਨਾਲ ਕਿਹੜਾ ਫਿਊਲ ਆਪਣੇ ਕੋਲ ਬਰਨ ਕਰਦਾ ਹੈ, ਉਹ ਬਰਨ ਕਰਦਾ ਜੀ LPG। ਘਰਾਂ ਦੇ ਵਿੱਚ ਆਪਣੇ LPG ਚੱਲਦਾ, ਜਿਹੜੀ ਉਹਦੀ ਫਲੇਮ ਹੁੰਦੀ ਹੈ ਉਹ ਬਲੂ ਹੁੰਦੀ ਹੈ। ਅਗਲੇ ਕੁਐਸਚਨ ਤੇ ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਬਰਨਸ ਬਾਈ ਪ੍ਰੋਡਿਊਸਿੰਗ ਅ ਯੈਲੋ ਲਿਊਮੀਨਸ ਫਲੇਮ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਜੀ ਯੈਲੋ ਫਲੇਮ ਨਾਲ ਬਣਦਾ। ਤੁਸੀਂ ਮੋਮਬੱਤੀ ਕਦੇ ਜਗਦੀ ਬਲਦੀ ਹੋਵੇ ਤੇ ਉਹ ਦੇਖਣਾ ਜੀ ਤੁਸੀਂ, ਉਹਦੀ ਯੈਲੋ ਫਲੇਮ ਹੁੰਦੀ। ਆਪਸ਼ਨ ਸੀ ਵੈਕਸ। ਵੈਕਸ ਕਰਕੇ ਮੋਮਬੱਤੀ ਜਲਦੀ ਹੈ ਤੇ ਜਿਹੜਾ ਫਿਰ ਇਹਦਾ ਫਲੇਮ ਹੁੰਦੀ ਉਹ ਵੀ ਆਪਣੇ ਕੋਲ ਕਿਹੜੀ ਹੁੰਦੀ ਹੈ ਜੀ, ਯੈਲੋ ਹੁੰਦੀ ਹੈ। ਕਹਿੰਦੇ ਜੀ ਦ ਮੋਲੀਕੂਲਰ ਫਾਰਮੂਲਾ ਆਫ ਐਨ ਆਰਗੈਨਿਕ ਕੰਪਾਊਂਡ ਇਜ਼ C48H94। ਦਿਸ ਕੰਪਾਊਂਡ ਬਿਲੋਂਗਸ ਟੂ ਦ ਹੋਮੋਲੋਗਸ ਸੀਰੀਜ਼ ਆਫ। ਕਹਿੰਦੇ ਜੀ C48 ਤੇ H94 ਇਹ ਕਿਹੜੀ ਸੀਰੀਜ਼ ਨੂੰ ਬਿਲੋਂਗ ਕਰਦਾ। ਦੇਖੋ ਜੀ 48 ਦਾ ਦੁੱਗਣਾ ਆਪਣੇ ਕੋਲ ਆ ਗਿਆ ਜੀ 96, 96 'ਚੋਂ 2 ਕੱਢੋ ਰਹਿ ਗਿਆ 94। ਆਪਸ਼ਨ ਸੀ ਅਲਕਾਈਨ, ਠੀਕ ਹੈ ਜੀ। ਅਲਕਾਈਨ ਸੀਰੀਜ਼ ਕੀ ਕਹਿੰਦੀ ਹੈ ਕਿ ਦੁੱਗਣੇ ਤੋਂ 2 ਘੱਟ। ਸੋ ਇਹ ਤੁਸੀਂ ਇੱਥੇ ਫਾਰਮੂਲਾ ਅਪਲਾਈ ਕਰਕੇ ਦੇਖ ਸਕਦੇ ਹੋ, ਤੁਹਾਨੂੰ ਆਪਣਾ ਆਨਸਰ ਮਿਲ ਜਾਏਗਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਨ ਆਫ ਦ ਫੋਲੋਇੰਗ ਮੋਲੀਕੂਲਰ ਫਾਰਮੂਲਾ ਰੀਪ੍ਰਜੈਂਟ ਕੀਟੋਨ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਇੱਕ ਕੀਟੋਨ ਨੂੰ ਰੀਪ੍ਰਜੈਂਟ ਕਰਦਾ। ਹੁਣ ਕੀਟੋਨ ਲਈ ਇੱਕ ਆਕਸੀਜਨ ਚਾਹੀਦੀ ਹੈ ਪਹਿਲੀ ਗੱਲ ਤਾਂ, ਆ ਇੱਥੇ ਆਪਣੇ ਕੋਲ ਆਪਸ਼ਨ ਗਲਤ ਹੋ ਜਾਏਗੀ। ਹੁਣ ਫਸਟ ਵਿੱਚ ਕੀ ਹੈ ਜੀ C5 ਤੇ H12। ਇਹ ਤਾਂ ਨੋਰਮਲ ਅਲਕੇਨ ਦਾ ਫਾਰਮੂਲਾ ਹੈ, ਅਲਕੇਨ ਦੇ ਨਾਲ ਐਕਸਟਰਾ ਉਹ ਨਹੀਂ ਲੱਗ ਸਕਦੀ, ਇੱਥੇ ਆਪਣੇ ਕੋਲ ਗਲਤ ਹੋ ਜਾਏਗਾ। ਆਪਣੇ ਕੋਲ ਆ ਦੋ ਦੇ ਵਿੱਚ ਦੇਖੋ ਇਹ ਵੀ ਅਲਕੇਨ ਦਾ ਫਾਰਮੂਲਾ, ਇੱਥੇ ਵੀ ਨਹੀਂ ਲੱਗ ਸਕਦੀ। ਸੋ ਇੱਥੇ ਦੇਖੋ ਮੈਂ ਤੁਹਾਨੂੰ ਸਮਝਾਉਣਾ, ਸਿੰਪਲ ਅਲਕੇਨ ਕੀ ਹੁੰਦਾ C6H14 ਹੁੰਦਾ। ਹੁਣ C6H14 ਦੇ ਵਿੱਚ ਤਾਂ ਜਗ੍ਹਾ ਹੀ ਨਹੀਂ ਹੈਗੀ ਕਿ ਆਕਸੀਜਨ ਉੱਥੇ ਲੱਗ ਜਾਵੇ। ਇਹਦੇ ਵਿੱਚ 2 ਹਾਈਡਰੋਜਨ ਨੂੰ ਕੱਢਿਆ ਜਾਂਦਾ ਤੇ ਇੱਕ ਆਕਸੀਜਨ ਨੂੰ ਲਗਾ ਦਿੱਤਾ ਜਾਂਦਾ। ਆਪਸ਼ਨ ਕਿਹੜੀ ਆ ਗਈ ਜੀ ਆਪਣੀ, ਆਪਸ਼ਨ ਡੀ ਆ ਗਈ ਜੀ, ਠੀਕ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇੱਥੇ ਆ ਜਿਹੜਾ ਕੁਐਸਚਨ ਹੈ ਨਾ ਜੀ, ਇਸ ਨੂੰ ਤੁਸੀਂ ਇੱਕ ਵਾਰ ਕੁਐਸਚਨ ਉੱਪਰ ਹੋ ਗਿਆ, ਰੁਕੋ, ਜਿਹੜਾ ਇੱਥੇ ਆ ਕੁਐਸਚਨ ਆ ਗਿਆ ਇਸ ਨੂੰ ਤੁਸੀਂ ਇੱਕ ਵਾਰ ਸਕਿਪ ਕਰ ਦੇਣਾ। ਇਹਦੇ ਵਿੱਚ ਥੋੜ੍ਹੀ ਦਿੱਕਤ ਆ ਰਹੀ ਹੈ ਬੁੱਕ ਵਾਲੇ ਆਨਸਰ ਵਿੱਚ ਅਤੇ ਜਿਹੜੇ ਸਾਡੇ ਆਨਸਰ ਵਿੱਚ। ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਫੋਸਿਲ ਫਿਊਲ ਨਹੀਂ ਹੈਗਾ। ਪੈਟਰੋਲ ਇੱਕ ਫੋਸਿਲ ਫਿਊਲ ਹੈ, ਕੋਲ ਇੱਕ ਫੋਸਿਲ ਫਿਊਲ ਹੈ, ਬਟ ਕੋਕ ਜਾਂ ਚਾਰਕੋਲ ਵਿੱਚ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ। ਬੁੱਕ ਦਾ ਆਨਸਰ ਅਲੱਗ ਹੈ ਅਤੇ ਬਟ ਬਾਕੀ ਕੁਛ ਹੋਰ ਬੁੱਕਸ ਦੇ ਥਰੂ ਆਨਸਰ ਅਲੱਗ ਹੈ। ਸੋ ਇਹ ਥੋੜ੍ਹਾ ਕੰਟਰੋਵਰਸੀ ਵਾਲਾ ਕੁਐਸਚਨ ਹੈ, ਇਸ ਨੂੰ ਤੁਸੀਂ ਛੱਡ ਦਿਓ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਬਿਊਟੈਨੋਨ। ਕਹਿੰਦੇ ਜਿਹੜਾ ਬਿਊਟੈਨੋਨ ਹੈ ਇਹ 4 ਕਾਰਬਨ ਵਾਲਾ ਕੰਪਾਊਂਡ ਹੈ। ਇਹਦੇ 'ਚ ਫੰਕਸ਼ਨਲ ਗਰੁੱਪ ਕਿਹੜਾ ਹੈ, ONE। ਕੀਟੋਨ ਦੇ ਵਿੱਚ ONE ਆਉਂਦਾ, ਬਿਊਟੈਨੋਨ ਦੇ ਵਿੱਚ ONE ਆ ਰਿਹਾ। ਇਹ ਜਿਹੜਾ ਫੰਕਸ਼ਨਲ ਗਰੁੱਪ ਹੈ ਜੀ ਇਹ 3rd ਵਾਲਾ, ਕਾਰਬਨ ਦੇ ਨਾਲ ਆਕਸੀਜਨ ਹੈ, ਦੋਨਾਂ ਸਾਈਡ ਤੋਂ ਬੌਂਡਸ ਬਣੀਆਂ, ਮਤਲਬ ਦੋਨਾਂ ਸਾਈਡ ਤੋਂ ਕੋਈ ਹੋਰ ਜਿਹੜਾ ਗਰੁੱਪ ਹੈ ਇਹਦੇ ਨਾਲ ਅਟੈਚ ਹੋ ਰਿਹਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਮੋਲੀਕੂਲਰ ਫਾਰਮੂਲਾ ਆਫ 3rd ਮੈਂਬਰ ਆਫ ਦ ਹੋਮੋਲੋਗਸ ਸੀਰੀਜ਼ ਆਫ ਕੀਟੋਨ। ਕਹਿੰਦੇ ਕੀਟੋਨ ਦੇ ਵਿੱਚ ਤੀਜਾ ਮੈਂਬਰ ਕਿਹੜਾ ਹੈ। ਕੀਟੋਨ ਦੇ ਵਿੱਚ ਤੀਜਾ ਮੈਂਬਰ ਹੈ ਜੀ ਕਾਰਬਨ ਨੰਬਰ 5। ਕਿਉਂ, ਕੀਟੋਨ ਦਾ ਜਿਹੜਾ ਪਹਿਲਾ ਮੈਂਬਰ ਹੁੰਦਾ ਉਹ ਜੀ 3 ਕਾਰਬਨ ਵਾਲਾ, ਦੂਜਾ ਮੈਂਬਰ 4 ਕਾਰਬਨ ਵਾਲਾ ਅਤੇ ਤੀਸਰਾ ਮੈਂਬਰ 5 ਕਾਰਬਨ ਵਾਲਾ। ਇਹ ਕਿਉਂ ਜੀ, ਜਿਹੜਾ ਕੀਟੋਨ ਹੈ ਉਹਦਾ ਪਹਿਲਾ ਮੈਂਬਰ ਇਸ ਤਰ੍ਹਾਂ ਹੁੰਦਾ ਜੀ, ਇਸ ਨੂੰ ਬੋਲਦੇ ਨੇ ਕੀਟੋਨ। 3 ਕਾਰਬਨ ਉੱਪਰ 1 ਆਕਸੀਜਨ, ਘੱਟੋ ਘੱਟ ਇਹ ਹੋਏਗਾ। ਜੇ ਆਪਾਂ ਇੱਥੇ ਇੱਕ ਵੀ ਕਾਰਬਨ ਨੂੰ ਸੋਚੋ, ਆਪਾਂ ਕੀ ਕਰਦੇ ਹਾਂ ਜੀ,
मैं इत्थे कलर चेंज करदा थोड़ा बैटर तुहानूं पता लगेगा। जे सोचो इत्थे आ कार्बन नहीं हैगा, ठीक है जी। हुण C डबल बॉन्ड O मतलब की हो गया, ये तां एल्डिहाइड हो गया। सो जिहड़ा कीटोन दा पहला ही मैंबर हुंदा वो की हुंदा 3 कार्बन वाला हुंदा, ते इहदा थर्ड मैंबर बनेगा जी 5 कार्बन वाला। चलदे हैं जी अगे। कहते जी द फंक्शनल ग्रुप रीप्रजेंट प्रोपेनल। हुण कहते जी किहड़ा फंक्शनल ग्रुप है प्रोपेनल नूं रीप्रजेंट करता है। इत्थे है जी NaL। NaL नल हुंदा जी एल्डिहाइड दा। देखो आ कीटोन दा फॉर्मूला सी, देखो इहदे वर्गा सेम ही है जी अपने कोल एल्डिहाइड का फॉर्मूला। बस फर्क की है कार्बन के नाल ऑक्सीजन इत्थे भी है, विचकार एक लगाती हाइड्रोजन, सो दैट पता लग सके कि एक साइड हाइड्रोजन ही लगेगी, दूसरी साइड इत्थे वैकेंट है, उत्थे कोई भी लंबी चेन बन सकती है। इहदे नाल ही अपने ये चैप्टर के 2 मेजर हिस्से खत्म हो गए ने। चलते हैं जी अगे। हुण अपने कोल अगे ये क्वेश्चन आ गए जी, ये थोड़े ईजी क्वेश्चन ने, थरैटिकल क्वेश्चन ने। ਜਿਹੜੇ ਹੁਣ तक आप क्वेश्चन किए सी जी वो सारे क्वेश्चन सी थोड़े जे अपने जिसनों बोलते हैं टैक्नीकल क्वेश्चन सी। जे तुसी थ्योरी की है तो ही तुहानूं आउणगे, नहीं तो दिक्कत आ सकती है। सो वो वाले क्वेश्चन लिए तुसी एक बारी थ्योरी जरूर करो। चलो ये वाले क्वेश्चन कंप्लीट करते हैं। कहते जी वाइल कुकिंग इफ द बॉटम ऑफ यूटेंसिल इज़ गैटिंग ब्लैकनड। कहते जे आप कोई खाना बना रहे हैं, भांडे का जिहड़ा कहते नीचे वाला हिस्सा है वो काला हो रहा है, इहदा मतलब की है। तुसी कदे नोट करियो अपनियां मम्मियां नूं ये बड़ी ईजीली गल पता हुंदी है, जदों भांडा काला हो रहा है जिहड़ी गैस है प्रॉपरली नहीं बल रही। सो इत्थे अपने कोल ऑप्शन की बन जाएगा जी, ऑप्शन बी द फ्यूल इज़ नॉट गेट कंप्लीटली बर्नट। चलते हैं जी अगे। कहते जी इफ एथेन कहते वैन एथेनॉल इज़ हीटिड विद एल्कलाइन पोटैशियम परमैगनेट इट कन्वर्टिड टू एथेनोइक एसिड। एथेनॉल जी एथेनोइक एसिड च बन रही है पोटैशियम परमैगनेट की प्रैजेंस च। कहते पोटैशियम परमैगनेट किंदे तरह एक्ट करता है, पोटैशियम परमैगनेट एक्ट करता है जी ऑक्सीडाइजिंग एजेंट का तरह। क्यों? क्योंकि ये की करता है जी एथेनॉल नूं कार्बन ऑक्सीजन दिंदा ते उहनूं एथेनोइक एसिड विच कन्वर्ट कर रहा। चलते हैं जी अगे। कहते जी वैन एथेनॉल इज़ हीटिड विद कॉन्सनट्रेटेड सल्फ्यूरिक एसिड एट 170 डिग्री इट गैट कन्वर्टिड टू इथीन इन दिस रिएक्शन सल्फ्यूरिक एसिड एक्ट एज। कहते जी देखो एथेनॉल विचों इथीन च कन्वर्ट हो गई। इत्थे अपने कोल ग्रुप हुंदा जी एल्कोहल वाला, एल्कोहल वाला ग्रुप डबल बॉन्ड च कन्वर्ट हो गया। इत्थे है वाटर लॉस हो रहा है, इनू बोलते हैं डीहाइड्रेटिंग एजेंट, पानी नू घटाण वाला एजेंट है, पानी नू कढ़ दिंदा है। ठीक है जी। चलते हैं अगे। कहते जी वैन वैजीटेबल ऑयल इज़ ट्रीटिड विद हाइड्रोजन इन द प्रेजेंस ऑफ निकल पैलेडियम कैटलिस्ट इट फॉर्म अ फैट दिस इज़ एग्जाम्पल ऑफ। देखो याद रखना है इसनों तुसी, जदों भी अपने कोल निकल वाली रिएक्शन आएगी या पैलेडियम वाली रिएक्शन आएगी, ये रिएक्शन होंदी एडिशन रिएक्शन। की कीता जांदा है इहदे विच वैजीटेबल ऑयल नूं हाइड्रोजन नाल ट्रीट करके मतलब उनकी हाइड्रोजनेशन करवाई जाती, उहदे विच एडिशन करवाई जाती है। सैचूरेटेड जिहड़े ऑयल ने वो तैयार कीते जांदे ने। कहते जिहड़ा सोप दा मॉलीक्यूल है द सोप मॉलीक्यूल है, सोप मॉलीक्यूल की हुंदा, सोप दा मॉलीक्यूल इस तरह हुंदा जी, उपर उहदे एक सिर होएगा, ठीक है जी, नीचे उहदे एक लंबी सारी टेल होएगी। जिवें तुसी जे बायोलॉजी विच स्पर्म दी स्ट्रक्चर हुंदी है ना, सेम अपने कोल सोप दी स्ट्रक्चर है। उपर वाला जिहड़ा हैड हुंदा जी ये अपने कोल हुंदा है हाइड्रोफिलिक, फिलिक मतलब पानी नूं प्यार करन वाला। जिहड़ी टेल हुंदी है जी वो हुंदी है अपने कोल हाइड्रोफोबिक मतलब पानी तो डरन वाली। ठीक है जी। सो इत्थे अपना जिहड़ा करैक्ट आंसर बन जाएगा वो बन जाएगा जी ऑप्शन ए हाइड्रोफिलिक हैड ते हाइड्रोफोबिक टेल जी। चलते हैं अगे। कहते जी क्लोरीन रिएक्ट्स विद सैचूरेटेड हाइड्रोकार्बन एट रूम टैंपरेचर इन द प्रेजेंस ऑफ। कहते क्लोरीन रिएक्ट करती है सैचूरेटेड हाइड्रोकार्बन नाल किंदी प्रेजेंस विच, ये रिएक्ट करती जी सनलाइट की प्रेजेंस दे विच। क्लोरोफॉर्म बनन की जिहड़ी रिएक्शन है वो सनलाइट दे विच क्लोरीन ते एक सैचूरेटेड हाइड्रोकार्बन दे विच ही हुंदी है। कहते जी इन सोप मिसल द सोप मॉलीक्यूल्स आर अरेंज्ड रेडियली विद। कहते जिहड़े सोप मॉलीक्यूल्स हुंदे ने वो ना एक सर्कल दे विच अरेंज हो जाते हैं। वो किस तरह अरेंज होंदे ने जी, जिहड़ा मैं तुहानूं वैसे ही दस दिना, जिहड़ा हाइड्रोकार्बन दा अपने कोल सिर वाला हिस्सा सी वो बाहर नूं होएगा ते जिहड़ा टेल वाला हिस्सा सी वो अंदर नूं होएगा। सो इत्थे अपने कोल ऑप्शन बनेगी जी ऑप्शन बी। कहते जी हाइड्रोकार्बन एंड डायरैक्टेड टूवर्ड्स द सेंटर एंड आयोनिक एंड जिहड़ा वो सिर वाला हिस्सा है जी वो आउटवर्ड। ऑप्शन बी अपने कोल इत्थे करैक्ट आंसर बन जाएगी जी। चलते हैं जी अगे।
ਕਹਿੰਦੇ ਜੀ ਵੈਨ ਐਥੇਨੋਲ ਰਿਐਕਟ ਵਿਦ ਸੋਡੀਅਮ ਮੈਟਲ, ਜਦੋਂ ਐਥੇਨੋਲ ਸੋਡੀਅਮ ਮੈਟਲ ਨਾਲ ਰਿਐਕਟ ਕਰੇਗੀ ਇਹਦੇ ਪ੍ਰੋਡਕਟ ਕੀ ਬਣਨਗੇ। ਇਹ ਇੱਕ ਰਿਐਕਸ਼ਨ ਦਾ ਕੁਐਸਚਨ ਹੈ ਜੀ। ਜਦੋਂ ਸੋਡੀਅਮ ਮੈਟਲ ਐਥੇਨੋਲ ਨਾਲ ਰਿਐਕਟ ਕਰਦਾ ਇਹ ਬਣਾਉਂਦਾ ਜੀ ਸੋਡੀਅਮ ਇਥੋਕਸਾਈਡ ਤੇ ਹਾਈਡਰੋਜਨ। ਯਾਦ ਰੱਖਣਾ ਹੈ, ਬੱਚੇ ਨਾ ਐਥੇਨੋਏਟ ਵਿੱਚ ਕਨਫਿਊਜ਼ ਹੋ ਜਾਂਦੇ ਨੇ, ਰੱਟਾ ਮਾਰ ਲਓ ਇਹਨੂੰ, ਤਾਂ ਰਿਐਕਸ਼ਨ ਹੈ ਸੋਡੀਅਮ ਜਦੋਂ ਐਥੇਨੋਲ ਨਾਲ ਰਿਐਕਟ ਕਰਦਾ ਇਹ ਬਣਾਉਂਦਾ ਜੀ ਸੋਡੀਅਮ ਇਥੋਕਸਾਈਡ ਤੇ ਹਾਈਡਰੋਜਨ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦੇ ਵਿਨੇਗਰ ਇਜ਼ ਅ ਸੋਲਿਊਸ਼ਨ ਆਫ, ਬੜਾ ਜ਼ਿਆਦਾ ਇੰਪੋਰਟੈਂਟ ਕੁਐਸਚਨ। ਵਿਨੇਗਰ ਆਪਣੇ ਕੋਲ ਕੀ ਹੁੰਦੀ ਹੈ ਜੀ, ਵਿਨੇਗਰ ਹੁੰਦੀ ਹੈ ਆਪਣੀ ਘਰ ਵਿੱਚ ਜਿਹੜਾ ਆਪਾਂ ਸਿਰਕਾ ਵਰਤਦੇ ਹਾਂ, ਇਹ 5 ਤੋਂ 8% ਸੋਲਿਊਸ਼ਨ ਹੁੰਦਾ ਪਾਣੀ ਦੇ ਵਿੱਚ ਐਥੇਨੋਇਕ ਐਸਿਡ ਦਾ। ਯਾਦ ਰੱਖਣਾ ਹੈ ਐਥੇਨੋਇਕ ਐਸਿਡ ਦਾ ਸੋਲਿਊਸ਼ਨ ਹੁੰਦਾ ਹੈ 5 ਤੋਂ 8%। ਇਹ ਕੁਐਸਚਨ ਤੁਸੀਂ ਐਸਿਡ ਬੇਸ ਚੈਪਟਰ ਦੇ ਵਿੱਚ ਵੀ ਕੀਤਾ ਹੋਏਗਾ। ਚਲਦੇ ਹਾਂ ਜੀ ਅੱਗੇ। ਆ ਗਿਆ ਜੀ ਆਪਣਾ ਅਗਲਾ ਕੁਐਸਚਨ, ਕਹਿੰਦੇ ਜੀ ਵਨ ਆਫ ਦ ਫੋਲੋਇੰਗ ਸਬਸਟਾਂਸ ਇਜ਼ ਨੋਟ ਐਡਿਡ ਟੂ ਮੇਕ ਡੀਨੈਚੂਰੇਟਿਡ ਐਲਕੋਹਲ। ਹੁਣ ਡੀਨੈਚੂਰੇਟਿਡ ਐਲਕੋਹਲ ਕੀ ਹੁੰਦੀ ਹੈ ਜੀ, ਆਮ ਇੱਕ ਐਲਕੋਹਲ ਆਪਣੇ ਕੋਲ ਹੁੰਦੀ ਜਿਹਨੂੰ ਸ਼ਰਾਬ ਕਿਹਾ ਜਾਂਦਾ। ਹੁਣ ਇਹਦੇ ਵਿੱਚ ਕੁਛ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਇਹਨੂੰ ਜ਼ਹਿਰੀਲੀ ਬਣਾ ਦਿੱਤਾ ਜਾਂਦਾ, ਸੋ ਦੈਟ ਜਿਵੇਂ ਮੰਨ ਲਓ ਸਕੂਲ ਦੀ ਲੈਬ ਦੇ ਵਿੱਚ ਸ਼ਰਾਬ ਯੂਜ਼ ਹੋਣੀ ਹੈ, ਉੱਥੇ ਕੋਈ ਬੱਚਾ ਨਾ ਇਹਨੂੰ ਗਲਤ ਯੂਜ਼ ਕਰ ਲਵੇ, ਕੋਈ ਲੈਬ ਅਟੈਂਡੈਂਟ ਜਾਂ ਕੋਈ ਵੀ ਤਰ੍ਹਾਂ ਦਾ ਪਰਸਨ ਇਹਨੂੰ ਗਲਤ ਤਰੀਕੇ ਨਾਲ ਨਾ ਵਰਤ ਲਵੇ, ਉਸ ਸ਼ਰਾਬ ਨੂੰ ਕੀ ਕੀਤਾ ਜਾਂਦਾ ਹੈ, ਜ਼ਹਿਰੀਲਾ ਬਣਾ ਦਿੱਤਾ ਜਾਂਦਾ ਹੈ। ਇਹਨੂੰ ਕਿਵੇਂ ਕਰਦੇ ਨੇ ਜੀ, ਇਹਦੇ ਵਿੱਚ ਪਿਰੀਡੀਨ, ਕਾਪਰ ਸਲਫੇਟ ਜਾਂ ਮਿਥਾਈਲ ਐਲਕੋਹਲ ਪਾ ਕੇ ਐਡ ਕੀਤਾ ਜਾਂਦਾ, ਕਲੋਰੋਫੋਮ ਇਸ ਦੇ ਵਿੱਚ ਨਹੀਂ ਪਾਈ ਜਾਂਦੀ। ਸੋ ਇੱਥੇ ਆਪਣਾ ਆਪਸ਼ਨ ਕੀ ਬਣ ਗਿਆ ਜੀ, ਸੀ ਇਜ਼ ਦ ਕਰੈਕਟ ਆਂਸਰ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਨ ਆਫ ਦ ਫੋਲੋਇੰਗ ਆਰਗੈਨਿਕ ਕੰਪਾਊਂਡ ਕੈਨ ਨੋਟ ਡੀਕਲਰਾਈਜ਼ ਰੈੱਡ ਬਰਾਊਨ ਬ੍ਰੋਮੀਨ। ਹੁਣ ਇਹ ਵੀ ਡੀਕਲਰਾਈਜ਼ ਕੌਣ ਕਰਦਾ ਰੈੱਡ ਬਰਾਊਨ ਬ੍ਰੋਮੀਨ ਨੂੰ, ਅਨਸੈਚੂਰੇਟਿਡ ਵਾਲੇ ਕਰਦੇ ਨੇ। ਅਨਸੈਚੂਰੇਟਿਡ ਮਤਲਬ ਜਿਨ੍ਹਾਂ 'ਚ ਡਬਲ ਜਾਂ ਟ੍ਰਿਪਲ ਬੌਂਡ ਏ। ਅਲਕੇਨ ਕਦੇ ਵੀ ਡੀਕਲਰਾਈਜ਼ ਨਹੀਂ ਕਰਦਾ। ਆਪਸ਼ਨ ਸੀ ਦੇਖੋ ਜੀ, C6H14 ਹੈਗਜ਼ੇਨ ਹੈ, ਹੈਗਜ਼ੇਨ ਨਹੀਂ ਕਰੇਗਾ। ਬਾਕੀ ਸਾਰੇ ਤੁਸੀਂ ਦੇਖ ਸਕਦੇ ਹੋ ਐਲਕੀਨ ਜਾਂ ਅਲਕਾਈਨ ਹੋਣਗੇ, ਉਹ ਇਸ ਨੂੰ ਡੀਕਲਰਾਈਜ਼ ਕਰ ਦੇਣਗੇ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਸਬਸਟਾਂਸਿਸ ਵਿੱਚ ਪ੍ਰੋਡਿਊਸ ਬ੍ਰਿਸਕ ਐਫਰਵੈਸੈਂਸ ਵਿਦ ਬੇਕਿੰਗ ਸੋਡਾ। ਕਹਿੰਦੇ ਜੀ ਬੇਕਿੰਗ ਸੋਡਾ ਦੇ ਨਾਲ ਬ੍ਰਿਸਕ ਐਫਰਵੈਸੈਂਸ ਮਤਲਬ ਜਿਵੇਂ ਆਪਾਂ ਕੋਕ ਖੋਲ੍ਹਦੇ ਹਾਂ ਝੱਗ ਜੀ ਬਣਦੀ ਹੈ ਨਾ ਜੀ, ਉਹ ਕਿਵੇਂ ਕੌਣ ਬਣਾ ਸਕਦਾ। ਦੇਖੋ ਬੇਕਿੰਗ ਸੋਡਾ ਆਪਣੇ ਕੋਲ ਇੱਕ ਕਾਰਬੋਨੇਟ ਦਾ ਕੰਪਾਊਂਡ ਹੈ, ਇਹਦੇ ਨਾਲ ਜਦੋਂ ਮਿਲੇਗਾ ਜੀ ਵਿਨੇਗਰ ਮਿਲੇਗਾ, ਵਿਨੇਗਰ ਐਸਿਡਿਕ ਐਸਿਡ ਹੈ ਅਤੇ ਕੀ ਹੋਏਗਾ, ਕਾਰਬਨ ਡਾਈਆਕਸਾਈਡ ਇਵੋਲਵ ਹੋਏਗੀ ਅਤੇ ਆਪਣੀ ਰਿਐਕਸ਼ਨ ਇੱਥੇ ਕੰਪਲੀਟ ਹੋਏਗੀ ਜੀ। ਆਪਸ਼ਨ ਸੀ ਇਜ਼ ਦ ਕਰੈਕਟ ਆਂਸਰ। ਅੱਗੇ ਆ ਗਿਆ ਜੀ, ਕਹਿੰਦੇ ਦ ਕੈਮੀਕਲ ਵਿਚ ਇਜ਼ ਨੋਟ ਰਿਕੁਆਇਰਡ ਫॉर ਦ ਪ੍ਰੈਪਰੇਸ਼ਨ ਆਫ ਸੋਪ ਇਨ ਦ ਲੈਬੋਰੇਟਰੀ। ਕਹਿੰਦੇ ਐਸਾ ਕੈਮੀਕਲ ਜਿਹੜਾ ਨਹੀਂ ਚਾਹੀਦਾ ਹੁੰਦਾ ਸੋਪ ਬਣਾਉਣ ਦੇ ਲਈ। ਠੀਕ ਹੈ ਜੀ, ਜਿਹੜਾ ਬੇਕਿੰਗ ਸੋਡਾ ਹੁੰਦਾ, ਬੇਕਿੰਗ ਸੋਡਾ ਦਾ ਸੋਪ ਮੈਨੂਫੈਕਚਰਿੰਗ ਵਿੱਚ ਕੋਈ ਵੀ ਕੰਮ ਨਹੀਂ ਹੈਗਾ। ਬਾਕੀ ਜਿੰਨੀਆਂ ਵੀ ਚੀਜ਼ਾਂ ਦਿੱਤੀਆਂ ਇਹਨਾਂ ਦਾ ਕਿਤੇ ਨਾ ਕਿਤੇ ਰੋਲ ਆਉਂਦਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਕੈਨ ਡੈਮੇਜ ਦ ਆਪਟਿਕ ਨਰਵ ਲੀਡਿੰਗ ਟੂ ਬਲਾਈਂਡਨੈਸ ਇਫ ਟੇਕਨ ਇੰਟਰਨਲੀ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਕੈਮੀਕਲ ਜੇ ਆਪਾਂ ਲੈ ਲਈਏ ਤਾਂ ਆਪਾਂ ਨਾ ਅੰਨੇ ਹੋ ਸਕਦੇ ਹਾਂ, ਆਪਣੀ ਆਪਟਿਕ ਨਰਵ ਡੈਮੇਜ ਹੋ ਸਕਦੀ ਹੈ। ਇਹ ਹੁੰਦਾ ਜੀ ਮੈਥੇਨਲ। ਇਹ ਸ਼ਰਾਬ ਦੀ ਜਿਹੜੀ ਫਸਟ ਸੀਰੀਜ਼ ਸਟਾਰਟ ਹੁੰਦੀ ਹੈ ਨਾ ਜੀ, ਜਿਹੜੀ ਸ਼ਰਾਬ ਪੀਤੀ ਜਾਂਦੀ ਉਹਨੂੰ ਬੋਲਦੇ ਨੇ ਐਥੇਨਲ। ਇਹ ਮੈਥ ਇੱਕ ਕਾਰਬਨ ਵਾਲੀ ਹੈ, ਇਹ ਬਹੁਤ ਹੀ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ ਜੀ। ਚਲਦੇ ਹਾਂ ਜੀ ਅੱਗੇ। ਆਪਣੇ ਕੋਲ ਆ ਗਿਆ ਜੀ ਸੈਕਿੰਡ ਲਾਸਟ ਕੁਐਸਚਨ। ਕਹਿੰਦੇ ਜੀ ਯੂਜੂਅਲ ਡਿਜ਼ੀਜ਼ ਕੋਜ਼ਡ ਬਾਈ ਐਕਸੈਸਿਵ ਡਰਿੰਕਿੰਗ ਆਫ ਐਲਕੋਹਲ ਓਵਰ ਲੋਂਗਰ ਪੀਰੀਅਡ ਆਫ ਟਾਈਮ। ਕਹਿੰਦੇ ਲੰਮੇ ਸਮੇਂ ਤੱਕ ਜਦੋਂ ਸ਼ਰਾਬ ਪੀਤੀ ਜਾਂਦੀ ਕਿਹੜੀ ਬਿਮਾਰੀ ਹੋ ਜਾਂਦੀ। ਆਪਸ਼ਨ ਸੀ ਸਾਈਰੋਸਿਸ। ਇਹ ਬਿਮਾਰੀ ਲਿਵਰ ਦੀ ਹੈ ਜੀ, ਆਪਣਾ ਲਿਵਰ ਖਰਾਬ ਹੋਣਾ ਸਟਾਰਟ ਹੋ ਜਾਂਦਾ। ਲਾਸਟ ਕੁਐਸਚਨ ਆ ਗਿਆ ਜੀ, ਕਹਿੰਦੇ ਵਿਚ ਆਫ ਦ ਫੋਲੋਇੰਗ ਮੋਲੀਕੂਲਰ ਫਾਰਮੂਲਾ ਕੋਰਿਸਪੋਂਡ ਟੂ ਇਥਾਈਲ ਬਿਊਟੇਨੋਏਟ ਐਸਟਰ। ਹੁਣ ਇਥਾਈਲ ਬਿਊਟੇਨੋਏਟ ਐਸਟਰ ਮਤਲਬ ਪਹਿਲੀ ਗੱਲ ਤਾਂ ਇਥਾਈਲ ਮਤਲਬ 2 ਕਾਰਬਨ, ਬਿਊਟੇਨੋਏਟ ਮਤਲਬ 4 ਕਾਰਬਨ। ਸੋ ਟੋਟਲ ਕਿੰਨੇ ਕਾਰਬਨ ਹੋ ਗਏ, 6 ਕਾਰਬਨ। ਆਪਸ਼ਨ ਇੱਥੇ ਬਣ ਗਈ ਆਪਣੇ ਕੋਲ ਬੀ। ਪਰ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਐਸਟਰ ਕੀ ਹੁੰਦਾ ਜੀ। ਐਸਟਰ ਦੇਖੋ ਇਸ ਤਰ੍ਹਾਂ ਐਸਟਰ ਹੁੰਦਾ ਜੀ, ਆ ਕਾਰਬਨ ਆ ਗਿਆ, ਠੀਕ ਹੈ ਜੀ। ਇਹਦੇ ਨਾਲ ਇੱਥੇ ਲੱਗੀ ਹੁੰਦੀ ਹੈ ਡਬਲ ਬੌਂਡ, ਇੱਥੇ ਲੱਗੀ ਹੁੰਦੀ ਹੈ ਆਕਸੀਜਨ। ਇਹਦੇ ਨਾਲ ਇੱਕ ਸਾਈਡ 'ਤੇ ਕਾਰਬਨ ਦੀ ਚੇਨ, ਇੱਧਰ ਦੂਜੀ ਸਾਈਡ 'ਤੇ ਵੀ ਕਾਰਬਨ ਦੀ ਚੇਨ, ਇਸ ਨੂੰ ਬੋਲਦੇ ਨੇ ਜੀ ਐਸਟਰ। ਐਸਟਰ ਦੀ ਇੱਕ ਪ੍ਰੋਪਰਟੀ ਯਾਦ ਰੱਖਣੀ ਹੈ, ਸਵੀਟ ਸਮੈਲਿੰਗ ਹੁੰਦੇ ਨੇ ਅਤੇ ਪਰਫਿਊਮਸ ਦੇ ਵਿੱਚ ਵੀ ਐਸਟਰ ਨੂੰ ਵਰਤਿਆ ਜਾਂਦਾ। ਇਹ ਸੀ ਆਪਣਾ ਪੂਰਾ ਕੰਪਲੀਟ ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ। ਉਮੀਦ ਕਰਦਾ ਤੁਹਾਨੂੰ ਚੈਪਟਰ ਅੱਛਾ ਲੱਗਿਆ ਹੋਵੇਗਾ। ਅਗਰ ਤੁਹਾਨੂੰ ਚੈਪਟਰ ਵਧੀਆ ਲੱਗਿਆ ਤਾਂ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਚੈਨਲ ਦੀਆਂ ਵੀਡੀਓਜ਼ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਸੋ ਦੈਟ ਸਾਨੂੰ ਵੀ ਇਹਦੇ ਨਾਲ ਥੋੜ੍ਹੀ ਜਿਹੀ ਮੋਟੀਵੇਸ਼ਨ ਮਿਲ ਸਕੇ ਅਤੇ ਅਸੀਂ ਵੀ ਹੋਰ ਵੀਡੀਓਜ਼ ਇਸ ਤਰ੍ਹਾਂ ਦੀਆਂ ਤੁਹਾਡੇ ਲਈ ਲੈ ਕੇ ਆਈਏ। ਧੰਨਵਾਦ ਜੀ।